ਤਿਵੈ ਬੁਲਨੀ। ਜਿਉ ਬੁਲਾਵਹਿ ਤਿਉ ਬੁਲਹਿ ਸੁਆਮੀ। ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂ ਪਾਤਸ਼ਾਹੀਆਂ ਕੇ ਆਤਮਿਕ ਸਰੂਪ, ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਰਸ ਪਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਸਤਿਗੁਰੂ ਜੀ ਦੇ ਪਾਵਨ ਮੁਖ ਵਾਕ ਹਨ, ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸਰੂਪ ਸਤਿਗੁਰੂ ਜੀ ਬਖਸ਼ਿਸ਼ ਕਰਦੇ ਐ। ਉਹ ਜੀਵ ਆਲਸ ਨੂੰ ਤਿਆਗ ਕੇ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਪਾਨ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਜੁੜਦੇ ਹਨ। ਹਜੂਰ ਦੀ ਪਿਆਰੀ ਸਤ ਸੰਗਤ ਵਿੱਚ ਆ ਕੇ ਪਰਮੇਸ਼ਰ ਦਾ ਜਸ ਸਰਵਣ ਕਰਦੇ ਆ। ਜਿਨ੍ਹਾਂ ਕੋ ਉਚਾਰਨ ਕੀਤਾ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ। ਕਹੈ ਨਾਨਕ ਸੋ ਤਤ ਪਾਏ, ਜਿਸਨੂੰ ਅਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਉਹ ਗੁਰਮੁਖ ਪਿਆਰੇ ਆਲਸ ਨੂੰ ਤਿਆਗ ਕੇ ਜਿੱਥੇ ਤਨ ਦੀ ਪਵਿੱਤਰਤਾ ਕਰਦੇ ਨੇ, ਉੱਥੇ ਮਨ ਨੂੰ ਪਵਿੱਤਰ ਕਰਨ ਵਾਸਤੇ ਸਤ ਸੰਗਤ ਵਿੱਚ ਆ ਕੇ ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਆ ਕੇ ਜੁੜ ਜਾਂਦੇ ਆ। ਇਹ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਵਡਿਆਈ ਹੈ, ਕਿਉਂਕਿ ਬਿਨਾਂ ਭਾਗਾਂ ਤੋਂ ਮਹਾਰਾਜ ਸਾਹਿਬ ਜੀ ਦੇ ਦੀਦਾਰ, ਗੁਰੂ ਕੀ ਸਤ ਸੰਗਤ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਵਡ ਭਾਗੀ ਹਰ ਸੰਗਤ ਪਾਵਹਿ, ਭਾਗਹੀਨ ਪ੍ਰਮ ਚੋਟਾਂ ਖਾਵਹਿ। ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਬਿਨਾ ਭਾਗਾ ਤੋਂ ਮਹਾਰਾਜ ਸੱਚੇ ਪਾਤਸ਼ਾਹੀ ਦੀ ਪਿਆਰੀ ਸਤ ਸੰਗਤ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤੋ ਗਰੀਬ ਨਵਾਜ ਹਜੂਰ ਨੇ ਬਖਸ਼ਿਸ਼ ਕੀਤੀ ਹੈ, ਸਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਆਓ ਸਤ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਅਸੀਸ ਬਖਸ਼ਿਸ਼ ਕਰੋ। ਆਪ ਸ੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਬਖਸ਼ਿਸ਼ ਕਰ ਰਹੇ ਹੈ। ਜਿਨ੍ਹਾਂ ਸਿੱਖਾਂ ਦੇ ਹਿਰਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ ਦੀ ਸੱਚੀ ਪ੍ਰੀਤ ਧਾਰਨ ਕੀਤੀ ਹੋਈ ਹੈ, ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਹੈ। ਕਿਉਂਕਿ ਕੋਈ ਮਨੁੱਖ ਸੰਸਾਰ ਦੇ ਅੰਦਰ ਪਦਾਰਥਾਂ ਦਾ ਪਿਆਰ ਧਾਰਨ ਕਰਕੇ ਰੱਖਦਾ ਹੈ, ਕੋਈ ਧਨ ਦੇ ਨਾਲ, ਕੋਈ ਰਿਸ਼ਤੇਦਾਰ ਸਖੀ ਸੰਬੰਧੀਆਂ ਧੀਆਂ ਪੁੱਤਰਾਂ ਦੇ ਨਾਲ ਹਿਰਦੇ ਅੰਦਰ ਪਿਆਰ ਧਾਰਨ ਕਰਕੇ ਰੱਖਦਾ ਹੈ। ਉਹ ਧਨ ਹਨ ਗੁਰਮੁਖ ਪਿਆਰੇ ਜਿਹੜੇ ਸੰਸਾਰ ਦੇ ਸੁੱਖਾਂ ਵਿੱਚ ਰਹਿੰਦੇ ਹੋਇਆਂ ਵੀ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਪਿਆਰ ਲਗਾ ਕੇ ਰੱਖਦੇ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਆਪਣੇ ਚਰਨਾਂ ਦਾ ਪਿਆਰ ਲਗਾ ਦਿੱਤਾ ਹੈ, ਉਹ ਗੁਰਮੁਖ ਪਿਆਰੇ ਮਹਾਰਾਜ ਕਹਿੰਦੇ ਧੰਨਤਾ ਦੇ ਯੋਗ ਹਨ। ਇਹ ਸਾਧ ਸੰਗਤ ਜੀ ਐਸੀ ਪਿਆਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਪ੍ਰੇਮ ਦੀ ਅਮੋਲਕ ਦਾਤ ਹੈ। ਮਨੁੱਖ ਬਹੁਤਾ ਯਤਨ ਕਰਨ ਦੇ ਬਾਵਜੂਦ ਵੀ ਕਦਾਚਿਤ ਪ੍ਰਾਪਤ ਨਹੀਂ ਕਰ ਸਕਦਾ। ਪ੍ਰਮਾਤਮਾ ਮਿਹਰ ਕਰੇ, ਸਤਿਗੁਰੂ ਜੀ ਬਖਸ਼ਿਸ਼ ਕਰਨ ਤਾਂ ਜੀਵਨ ਦੇ ਵਿੱਚ ਐਸੀ ਅਮੋਲਕ ਦਾਤ ਪ੍ਰਾਪਤ ਹੁੰਦੀ ਹੈ। ਨਹੀਂ ਤਾਂ ਮਨੁੱਖ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਪਾਉਣ ਤੋਂ ਵਾਂਝੇ ਰਹਿ ਜਾਂਦਾ ਹੈ। ਭਾਵੇਂ ਸੰਸਾਰ ਦੇ ਅੰਦਰ ਸਾਧਨ ਵੀ ਬਹੁਤ ਕਰਦਾ ਹੈ, ਭਾਵੇਂ ਯੋਗਾ ਅਭਿਆਸ ਇਤਿਆਦਿਕ ਤਪੱਸਿਆ ਆਦਿਕ, ਜਾਂ ਕਹਿ ਲਈਏ ਕਿ ਭਜਨ ਬੰਦਗੀ ਵੀ ਭਾਵੇਂ ਸੰਸਾਰ ਦੇ ਅੰਦਰ ਕਰਦਾ ਹੈ, ਪਰ ਹਿਰਦੇ ਅੰਦਰ ਪਿਆਰ ਤੋਂ ਬਿਨਾਂ ਸਾਧ ਸੰਗਤ ਜੀ ਹੰਕਾਰ ਦੀ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਜੇ ਹਿਰਦੇ ਅੰਦਰ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਨਾ ਹੋਵੇ ਤੇ ਫਿਰ ਹੰਕਾਰ ਦੀ ਸੜਾਂਤ ਹਮੈ ਦੀ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਜੇ ਤਾਂ ਪ੍ਰੇਮ ਰੂਪ ਜਲ ਹਿਰਦੇ ਅੰਦਰ ਹੋਵੇ ਤੇ ਸਾਧ ਸੰਗਤ ਜੀ ਪ੍ਰਮਾਤਮਾ ਦੀ ਕੀਤੀ ਹੋਈ ਭਜਨ ਬੰਦਗੀ, ਕੀਤੀ ਹੋਈ ਭਗਤੀ ਫਲਾਪੂਤ ਹੁੰਦੀ ਹੈ। ਜੀਵ ਨੂੰ ਡਾਢਾ ਜਿਹੜਾ ਪਿਆਰ ਪਰਮੇਸ਼ਰ ਦੇ ਚਰਨਾਂ ਦਾ ਪ੍ਰਾਪਤ ਹੋ ਜਾਂਦਾ ਹੈ। ਪਰ ਮਨ ਵਿੱਚ ਹੰਕਾਰ ਹੋਣੇ ਕਰਕੇ ਕਿ ਮੈਂ ਬਹੁਤਾ ਜਪ ਤਪ ਕਰਦਾ, ਬਹੁਤੀ ਬੰਦਗੀ ਕਰਦਾ, ਪਰਮੇਸ਼ਰ ਦੇ ਚਰਨਾਂ ਦਾ ਪਿਆਰ, ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਦਾ, ਇਹ ਮਨ ਵਿੱਚ ਹਉਮੈ ਹੋਣੇ ਕਰਕੇ ਜੀਵ ਕੀਤੀ ਹੋਈ ਭਜਨ ਬੰਦਗੀ ਦਾ ਪੂਰਾ ਲਾਭ ਨਹੀਂ ਪ੍ਰਾਪਤ ਕਰ ਸਕਦਾ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਬਖਸ਼ਿਸ਼ ਕਰ ਰਹੇ ਹੈ। ਜਿਨ੍ਹਾਂ ਅੰਤਰ ਗੁਰਮੁਖ ਪ੍ਰੀਤ ਹੈ, ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦੇ ਚਰਨਾਂ ਦੀ ਸੱਚੀ ਪ੍ਰੀਤ ਹੈ, ਜਿਨ੍ਹਾਂ ਨੇ ਸੰਸਾਰ ਦਾ ਝੂਠਾ ਪਿਆਰ ਜਾਣ ਕਰਕੇ ਅਭਾਵ ਕਰ ਦਿੱਤਾ ਹੈ, ਕੇਵਲ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਹਿਰਦੇ ਅੰਦਰ ਧਾਰਨ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਹੈ, ਗੁਰਸਿੱਖੋ ਪ੍ਰਮਾਤਮਾ ਤਿਨਾਂ ਦੀ ਰੱਖਿਆ ਕਰਨ ਵਾਲਾ ਆਪ ਹੈ। ਪਰਮੇਸ਼ਰ ਆਪ ਤਿੰਨਾਂ ਗੁਰਮੁਖਾਂ ਦੀ ਰੱਖਿਆ ਕਰਦਾ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਲੱਗ ਜਾਂਦਾ ਹੈ। ਉਹ ਗੁਰਮੁਖ ਪਿਆਰੇ ਭਾਵੇਂ ਦੁੱਖ ਹੋਵੇ, ਸੁੱਖ ਹੋਵੇ, ਖੁਸ਼ੀ ਹੋਵੇ, ਗਮੀ ਹੋਵੇ, ਸਮਾਨ ਬਿਰਤੀ ਰੱਖ ਕੇ ਪ੍ਰਮਾਤਮਾ ਨੂੰ ਯਾਦ ਕਰਦੇ ਰਹਿੰਦੇ ਹੈ।
ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਲੱਗ ਜਾਂਦਾ ਹੈ, ਇੱਕ ਚਿੱਤ ਹੋ ਕੇ ਮਨ ਬਾਣੀ ਸਰੀਰ ਕਰਕੇ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਨੇ ਬਖਸ਼ਿਸ਼ ਕੀਤੀ ਹੈ। ਐਸਾ ਗੁਰਮੁਖਾਂ ਦਾ ਜੀਵਨ ਹੈ, ਜੇ ਕਿਤੇ ਕੋਈ ਔਕੜ ਦਾ ਸਮਾਂ ਵੀ ਆਉਂਦਾ ਤੇ ਪ੍ਰਮਾਤਮਾ ਆਪ ਉਹਨਾਂ ਦੀ ਕਿਰਪਾ ਕਰਕੇ ਰੱਖਿਆ ਕਰਦਾ ਹੈ। ਜਿਵੇਂ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ ਹੈ, ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਸਦਾ ਹੀ ਮਹਾਰਾਜ ਅੰਗ ਸੰਗ ਹੋ ਕਰਕੇ ਜੀਵ ਦੀ ਰੱਖਿਆ ਕਰਦੇ ਹੈ। ਜਿਸ ਹਿਰਦੇ ਅੰਦਰ ਸਤਿਗੁਰੂ ਜੀ ਦੇ ਚਰਨਾਂ ਦਾ ਸੱਚਾ ਪਿਆਰ ਧਾਰਨ ਕੀਤਾ, ਮਹਾਰਾਜ ਸਾਹਿਬ ਜੀ ਕਦਾਚਿਤ ਵੀ ਉਹ ਜੀਵ ਨੂੰ ਕਿਸੇ ਉਪਾਧੀ ਵਿੱਚ ਨਹੀਂ ਪੈਣ ਦੇਣਾ ਕਰਦੇ। ਖੋਟੇ ਸਮੇਂ ਨੂੰ ਟਾਲ ਦਿੰਦੇ ਹਨ। ਔਕੜਾਂ ਦਾ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਟਾਲ ਦਿੰਦੇ ਹੈ। ਗਰੀਬ ਨਵਾਜ ਸਤਿਗੁਰੂ ਜੀ ਮੁਸੀਬਤਾਂ ਨੂੰ ਦੂਰ ਕਰ ਦਿੰਦੇ ਹਨ। ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਸਾਧ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਆਪ ਤਿਨਾਂ ਦੀ ਰੱਖਿਆ ਕਰਦਾ ਹੈ। ਬੰਦਗੀ ਕਰਨ ਵਾਲੇ ਮਹਾਂਪੁਰਸ਼ ਕਿਸੇ ਰਾਜੇ ਦੇ ਪਾਸ ਗਏ। ਉਸ ਨੇ ਸਵਾਲ ਕੀਤਾ। ਰਾਜਾ ਕਹਿਣ ਲੱਗਾ ਕਿ ਮਹਾਤਮਾ ਜੀ, ਆਪ ਜੀ ਉਪਦੇਸ਼ ਦਿੰਦੇ ਹੋ। ਕਹਿੰਦਾ ਕਿ ਮੈਂ ਵੀ ਬੜੀ ਸ਼ਾਸਤਰ ਵਿਦਿਆ ਪੜ੍ਹਿਆ ਹੋਇਆ। ਤੁਸੀਂ ਉਪਦੇਸ਼ ਦਿੰਦੇ ਹੋਏ ਬਚਨ ਕਰ ਰਹੇ ਸੀ ਕਿ ਪ੍ਰਮਾਤਮਾ ਆਪਣੇ ਭਗਤਾਂ ਦੀ, ਆਪਣੇ ਪਿਆਰਿਆਂ ਦੀ ਆਪ ਲੱਜਿਆ ਰੱਖਦਾ ਹੈ। ਤੇ ਮੇਰੇ ਮਨ ਵਿੱਚ ਇੱਕ ਸ਼ੰਕਾ ਹੈ ਕਿ ਪ੍ਰਮਾਤਮਾ ਜਿੱਥੇ ਪ੍ਰਕਿਰਤੀ ਨੂੰ ਚਲਾਉਂਦਾ ਪਿਆ, ਆਪਣੇ ਭਗਤਾਂ ਦੀ ਲੱਜਿਆ ਰੱਖਣ ਵਾਸਤੇ ਜਿੱਥੇ ਕਿੰਨੀਆਂ ਕਿੰਨੀਆਂ ਦੈਵੀ ਸ਼ਕਤੀਆਂ ਨੂੰ ਪੈਦਾ ਕੀਤਾ ਹੈ, 33 ਕਰੋੜ ਦੇਵਤੇ, 9 ਕਰੋੜ ਦੇਵੀਆਂ, 52 ਵੀਰ ਇਤਿਆਦਿਕ ਹੈ, 84 ਸਿੱਧ ਹਨ, ਫਿਰ ਹੋਰ ਕਿੰਨੀਆਂ ਦੈਵੀ ਸ਼ਕਤੀਆਂ ਪਰਮਾਤਮਾ ਨੇ ਪੈਦਾ ਕੀਤੀਆਂ ਨੇ, ਉਹਨਾਂ ਨੂੰ ਕਿਉਂ ਨਹੀਂ ਭੇਜ ਦਿੰਦਾ ਆਪਣੇ ਭਗਤਾਂ ਦੀ ਲੱਜਿਆ ਰੱਖਣ ਦੇ ਵਾਸਤੇ? ਇਹ ਕਾਰਨ ਕੀ ਹੈ? ਤੇ ਮਹਾਤਮਾ ਚੁੱਪ ਕੀਤੇ ਰਹੇ। ਇਹਨਾਂ ਕੋ ਅੱਗੋਂ ਕਹਿ ਛੱਡਿਆ, ਕਹਿੰਦੇ ਰਾਜਾ, ਸਮਾਂ ਆਉਣ ਤੇ ਤੇਰੇ ਸਵਾਲ ਦਾ ਜਵਾਬ ਅਸੀਂ ਜ਼ਰੂਰ ਦੇਵਾਂਗੇ। ਸਾਧ ਸੰਗਤ ਜੀ, ਕੋਈ ਸਮਾਂ ਲੰਘਿਆ ਤੇ ਰਾਜੇ ਦਾ ਸੁਭਾਅ ਸੀਗਾ ਕਿ ਖੁੱਲੀ ਥਾਂ ਤੇ ਉਸਨੇ ਆਪਣੀ ਸਭਾ ਲਗਾਉਣੀ। ਤੇ ਇੱਕ ਦਿਨ ਸਾਧ ਸੰਗਤ ਜੀ ਉਸਨੇ ਨਦੀ ਦੇ ਕਿਨਾਰੇ ਤੇ ਸਭਾ ਲਗਾਈ। ਤੇ ਛੋਟਾ ਜਿਹਾ ਜਿਹੜਾ ਬੱਚਾ ਸੀ ਨਾ, ਰਾਜੇ ਦੇ ਘਰ ਵਿੱਚ ਨਵਾਂ ਜਨਮਿਆ ਸੀ, ਉਸੇ ਤਰ੍ਹਾਂ ਦਾ ਐਨ ਰਬੜ ਦਾ ਬਣਾਉਟੀ ਬੱਚਾ ਮਹਾਤਮਾ ਨੇ ਤਿਆਰ ਕਰਵਾ ਲਿਆ। ਕੇਵਲ ਇੱਕ ਗੋਲੀ ਨੂੰ ਇਹ ਸਾਰੀ ਖੇਡ ਦੱਸੀ ਸੀ ਕਿ ਮਹਾਤਮਾ ਨੂੰ ਸਮਝਾਉਣਾ, ਨੂੰ ਚੰਗਾ ਉਪਦੇਸ਼ ਦੇਣਾ ਕਿ ਪ੍ਰਮਾਤਮਾ ਆਪ ਕਿਵੇਂ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੈ। ਰਾਜੇ ਦੇ ਮਨ ਦਾ ਸ਼ੰਕਾ ਜਿਹੜਾ ਦੂਰ ਕਰਨਾ ਹੈ ਕਿ ਹੋਰ ਕਿਉਂ ਨੂੰ ਕਿਸੇ ਨੂੰ ਕਿਉਂ ਨਹੀਂ ਭੇਜ ਦਿੰਦਾ ਰੱਖਿਆ ਕਰਨ ਵਾਸਤੇ। ਜਦੋਂ ਇਹ ਗੋਲੀ ਨੂੰ ਸਮਝਾ ਦਿੱਤਾ ਹੈ ਤੇ ਉਸ ਸਮੇਂ ਸਾਧ ਸੰਗਤ ਜੀ ਬੁੱਕਲ ਦੇ ਵਿੱਚ ਲੈ ਕਰਕੇ ਗੋਲੀ ਆਈ ਜਿੱਥੇ ਰਾਜੇ ਨੇ ਸਭਾ ਲਗਾਈ ਹੋਈ ਸੀਗੀ। ਨਦੀ ਦੇ ਕਿਨਾਰੇ ਤੇ ਬਹੁਤ ਸਾਰੇ ਸਿਪਾਹੀ, ਅਹਲਕਾਰ, ਫੌਜਦਾਰ ਉੱਥੇ ਪਾਸ ਖਲੋਤੇ ਹੋਏ ਹੈ ਤੇ ਰਾਜਾ ਉੱਚੇ ਆਸਣ ਤੇ ਆਪ ਸਜ ਕਰਕੇ ਬੈਠਿਆ ਹੋਇਆ ਹੈ। ਇੰਨੇ ਸਮੇਂ ਨੂੰ ਮਹਾਤਮਾ ਵੀ ਉਸ ਸਭਾ ਦੇ ਵਿੱਚ ਆ ਕਰਕੇ ਪ੍ਰਵੇਸ਼ ਹੋਏ ਨੇ। ਰਾਜਾ ਬੜਾ ਪ੍ਰਸੰਨ ਹੋਇਆ ਕਿ ਮਹਾਤਮਾ ਜੀ ਵੀ ਚੱਲ ਕਰਕੇ ਆਏ ਨੇ। ਮਹਾਤਮਾ ਆ ਕੇ ਬੈਠ ਗਏ ਤੇ ਜਦੋਂ ਗੋਲੀ ਨੂੰ ਸਮਝਾਇਆ ਸੀ ਕਿ ਸਭਾ ਦੇ ਵਿੱਚ ਬਣਾਉਟੀ ਬੱਚਾ ਲੈ ਕੇ ਆਵੇ, ਜਦੋਂ ਆਈ ਹੈ ਤੇ ਆ ਕੇ ਉਸਨੇ ਮਹਾਤਮਾ ਦੇ ਹੱਥਾਂ ਵਿੱਚ ਉਹ ਬੱਚਾ ਫੜਾ ਦਿੱਤਾ। ਰਾਜਾ ਹੋਰ ਵੀ ਪ੍ਰਸੰਨ ਹੋ ਗਿਆ ਕਿ ਮੈਂ ਕਿੰਨਾ ਭਾਗਸ਼ਾਲੀ ਹਾਂ, ਬੰਦਗੀ ਕਰਨ ਵਾਲੇ ਮਹਾਂਪੁਰਸ਼ਾਂ ਨੇ ਆਪਣੇ ਹੱਥੀਂ ਮੇਰੇ ਬੱਚੇ ਨੂੰ ਚੁੱਕਿਆ, ਮੇਰੇ ਬੱਚੇ ਨੂੰ ਪਿਆਰ ਦੀਆਂ ਲੋਰੀਆਂ ਦੇ ਰਹੇ ਹੈ। ਤੇ ਮਹਾਤਮਾ ਨੇ ਪਤਾ ਕੀ ਕੀਤਾ? ਸਾਧ ਸੰਗਤ ਜੀ, ਕਦੇ ਇੱਕ ਵਾਰ ਇੱਧਰ ਨੂੰ ਚੁੱਕਿਆ, ਦੂਸਰੀ ਵਾਰ ਦੂਜੇ ਪਾਸੇ ਨੂੰ ਥੋੜਾ ਚੱਕਰ ਲਗਾ ਕੇ ਤੇ ਵਗਾ ਕੇ ਉਹ ਨਦੀ ਵਿੱਚ ਬੱਚਾ ਸੁੱਟ ਦਿੱਤਾ। ਵਗਾ ਕਰਕੇ ਮਾਰਿਆ, ਨਦੀ ਦੇ ਵਿੱਚ ਉਹ ਬੱਚਾ ਡਿੱਗ ਗਿਆ। ਤੇ ਰਾਜੇ ਨੇ ਇੱਧਰ ਨਾ ਉੱਧਰ ਕਿਸੇ ਪਾਸੇ ਦੇਖਿਆ, ਨਾ ਕਿਸੇ ਨੂੰ ਕੁਝ ਆਖਿਆ ਤੇ ਉੱਚੇ ਆਸਣ ਤੋਂ ਕਾਹਲੀ ਦੇ ਨਾਲ ਛਾਲ ਮਾਰ ਕੇ ਨਦੀ ਦੇ ਵਿੱਚੋਂ ਬੱਚੇ ਨੂੰ ਬਚਾਉਣ ਵਾਸਤੇ ਚਲਾ ਗਿਆ। ਕਿਸੇ ਨੂੰ ਕਿਹਾ ਨਾ। ਤੇ ਜਦੋਂ ਹੱਥ ਪਾਇਆ ਜਾ ਕੇ ਬੱਚੇ ਨੂੰ ਤੇ ਬੱਚਾ ਬਣਾਉਟੀ ਸੀਗਾ, ਰਬੜ ਦਾ ਸੀ। ਤੇ ਬੜਾ ਮਨ ਦੀ ਵੀ ਸ਼ਰਮਿੰਦਾ ਵੀ ਹੋਇਆ, ਸ਼ਰਮਸ਼ਾਰ ਹੋਇਆ। ਤੇ ਮਹਾਤਮਾ ਖਿੜਖੜਾ ਕੇ ਹੱਸ ਪਏ।
ਕਹਿੰਦਾ ਜੀ ਮਹਾਤਮਾ ਜੀ ਤੁਸੀਂ ਮੇਰੇ ਨਾਲ ਮਜ਼ਾਕ ਕੀਤਾ, ਤੁਸੀਂ ਮੇਰੇ ਨਾਲ ਮਜ਼ਾਕ ਕਰ ਰਹੇ ਹੋ, ਖਿੜਖਿੜਾ ਕੇ ਹੱਸਦੇ ਪਏ ਹੋ। ਤੇ ਮਹਾਤਮਾ ਕਹਿੰਦੇ ਨਹੀਂ ਰਾਜਾ, ਤੇਰੇ ਨਾਲ ਮਜ਼ਾਕ ਨਹੀਂ, ਤੇਰੇ ਸਵਾਲ ਦਾ ਜਵਾਬ ਦਿੱਤਾ ਹੈ। ਕਹਿੰਦਾ ਮੈਂ ਸਮਝਿਆ ਨਹੀਂ। ਕਹਿਣ ਲੱਗੇ ਅਜੇ ਵੀ ਤੈਨੂੰ ਸਮਝ ਨਹੀਂ ਆਈ? ਦੇਖ ਕਿੰਨਾ ਤੇਰੇ ਬੱਚੇ ਦੇ ਨਾਲ ਤੇਰਾ ਪਿਆਰ ਹੈ, ਭਾਵੇਂ ਕਿੰਨੇ ਸਿਪਾਹੀ ਅਹਿਲਕਾਰ ਤੇਰੇ ਪਾਸ ਖਲੋਤੇ ਸਨ, ਤੂੰ ਆਪਣੇ ਬੱਚੇ ਨੂੰ ਬਚਾਉਣ ਦੇ ਵਾਸਤੇ ਕਿਸੇ ਨੂੰ ਵੀ ਕਹਿਣ ਦਾ ਤੇਰੇ ਕੋਲ ਹੀਆ ਨਹੀਂ ਪਿਆ। ਤੇਰੇ ਮਨ ਦੇ ਵਿੱਚ ਆਈ ਨਹੀਂ ਕਿ ਮੈਂ ਹੋਰ ਕਿਸੇ ਨੂੰ ਕਹਿ ਦੇਵਾਂ, ਸਿਪਾਹੀ ਨੂੰ, ਅਹਿਲਕਾਰ ਨੂੰ, ਨੌਕਰ ਚਾਕਰ ਨੂੰ। ਇਹ ਮਨ ਵਿੱਚ ਸੀਗਾ ਕਿ ਜੇ ਕਿਸੇ ਨੂੰ ਕਹਾਂਗਾ ਤੇ ਦੇਰ ਲਗਾ ਦੇਵੇਗਾ, ਬੱਚਾ ਡੁੱਬ ਕੇ ਮਰ ਜਾਊਗਾ। ਆਪਣੇ ਬੱਚੇ ਦੇ ਨਾਲ ਜਿਵੇਂ ਤੈਨੂੰ ਪਿਆਰ ਹੈ ਨਾ, ਕਿਸੇ ਪਾਸੇ ਵੀ ਦੇਖਿਆ ਚਾਖਿਆ ਨਹੀਂ, ਕਾਹਲੀ ਦੇ ਨਾਲ ਸਿੰਘਾਸਣ ਤੋਂ ਉੱਠ ਕੇ ਤੂੰ ਬੱਚੇ ਨੂੰ ਬਚਾਉਣ ਵਾਸਤੇ ਨਦੀ ਵਿੱਚ ਪ੍ਰਵੇਸ਼ ਹੋ ਗਿਆ। ਇਸੇ ਤਰ੍ਹਾਂ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜਿਹੜੇ ਜੀਵ ਪਿਆਰ ਕਰਦੇ ਆ ਨਾ, ਬੱਚੇ ਬਣ ਕੇ, ਇਆਣੇ ਬਣ ਕੇ, ਕਦੇ ਵੀ ਆਪਣਤ ਨਹੀਂ ਜਣਾਉਂਦੇ, ਕਦੇ ਮਨ ਵਿੱਚ ਹੰਕਾਰ ਨਹੀਂ ਧਾਰਨ ਕਰਦੇ। ਪਰਮੇਸ਼ਰ ਆਪ ਕਿਰਪਾ ਕਰਕੇ ਉਹਨਾਂ ਦੀ ਰੱਖਿਆ ਕਰਦਾ ਕਿ ਜੇ ਹੋਰ ਕਿਸੇ ਨੂੰ ਭੇਜ ਦਿੱਤਾ ਤੇ ਹੋ ਸਕਦਾ ਦੇਰੀ ਹੋ ਜਾਵੇ। ਮੇਰੇ ਪਿਆਰਕ ਸੇਵਕ ਨੂੰ, ਭਗਤ ਨੂੰ, ਗੁਰਮੁਖ ਪਿਆਰੇ ਸਤਿਪੁਰਸ਼ ਨੂੰ ਕੋਈ ਖੇਦ ਨਾ ਕਿਤੇ ਪਹੁੰਚ ਜਾਵੇ। ਪਰਮੇਸ਼ਰ ਆਪ ਕਿਰਪਾ ਕਰਕੇ ਉਹਨਾਂ ਦੀ ਰੱਖਿਆ ਕਰਦਾ ਹੈ। ਹਜੂਰ ਦਾ ਅਸੀਂ ਬਚਨ ਪੜ੍ਹਦੇ ਹਾਂ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ, ਤਹ ਤਹ ਉਠ ਧਾਵੈ, ਸੇਵਕ ਕਉ ਨਿਕਟੀ ਹੋਏ ਦਿਖਾਵੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਤਕਾਲ ਸਮੇਂ ਆ ਕਰਕੇ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਬਣ ਜਾਂਦਾ ਹੈ। ਤੇ ਸਾਧ ਸੰਗਤ ਜੀ, ਪਹਿਲੇ ਜਾਮੇ ਅੰਦਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜੂਰ ਨੇ ਬੇਅੰਤ ਜੀਵਾਂ ਦਾ ਉਧਾਰ ਕੀਤਾ, ਡੁੱਬਦੇ ਹੋਇਆਂ ਨੂੰ ਭਵ ਸਾਗਰ ਤੋਂ ਪਾਰ ਕੀਤਾ। ਪਰਮੇਸ਼ਰ ਦੇ ਨਾਮ ਦਾ ਆਸਰਾ ਦੇ ਕਰਕੇ ਸੰਸਾਰ ਦੇ ਕੋਨੇ-ਕੋਨੇ ਤੇ ਜੀਵਾਂ ਦਾ ਭਲਾ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਦਾਸੀਆਂ ਕੀਤੀਆਂ। ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਕੌਤਕ ਦੇਖਦੇ ਰਹੇ ਹੈ। ਭਾਈ ਬਾਲਾ ਜੀ ਨੇ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਜਿਹੜੇ ਜੀਵਨ ਕਾਲ ਦੌਰਾਨ ਜਿੰਨੇ ਵੀ ਜੀਵਨ ਕੌਤਕ ਸਨ, ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਹਜੂਰ ਬੈਠ ਕਰਕੇ ਸੁਣਾਏ ਸਨ। ਔਰ ਇਸ ਪ੍ਰਕਾਰ ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ ਕਿ ਜਦੋਂ ਵੀ ਕੋਈ ਔਕੜ ਦਾ ਸਮਾਂ ਬਣਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਦੇ ਆਪ ਲੱਜਿਆ ਰੱਖਦੇ ਹਨ। ਸਤਿਗੁਰੂ ਜੀ ਆਪ ਕਿਰਪਾ ਕਰਕੇ ਆਪਣੇ ਪਿਆਰਿਆਂ ਦੀ ਪੱਤ ਇੱਜ਼ਤ ਰੱਖਦੇ ਰਹੇ ਹੈ। ਹੁਣ ਵੀ ਸਾਧ ਸੰਗਤ ਜੀ ਰੱਖਦੇ ਹੈ। ਜੇ ਹਿਰਦੇ ਅੰਦਰ ਗੁਰਸਿੱਖਾਂ ਦੇ ਸੱਚਾ ਪਿਆਰ, ਜਿਸ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਪ੍ਰੀਤ ਬਣ ਜਾਂਦੀ, ਗਰੀਬ ਨਵਾਜ ਮਹਾਰਾਜ ਆਪ ਕਿਰਪਾ ਕਰਕੇ ਉਹਨਾਂ ਦੀ ਰੱਖਿਆ ਕਰਦੇ ਹੈ। ਸਾਧ ਸੰਗਤ ਜੀ, ਬਨ ਮਾਨਸ ਦੀ ਸਾਖੀ ਆਉਂਦੀ ਹੈ। ਇੱਕ ਬੜਾ ਵੱਡਾ ਦੈਂਤ ਸੀਗਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਜਾ ਰਹੇ ਨੇ। ਬਹੁਤ ਸੰਘਣਾ ਤੇ ਬੜਾ ਭਿਆਨਕ ਜੰਗਲ ਸੀ। ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਮਹਾਰਾਜ ਭੁੱਖ ਬੜੀ ਲੱਗੀ ਹੈ, ਕਿੰਨੇ ਦਿਨਾਂ ਤੋਂ ਇਸੇ ਤਰ੍ਹਾਂ ਰਸਤਾ ਇਹ ਪੈਂਡਾ ਤੈਅ ਕਰਦੇ ਜਾ ਰਹੇ ਆ, ਤੁਹਾਨੂੰ ਨਾ ਤਾਂ ਭੁੱਖ ਸਤਾਉਂਦੀ ਹੈ ਤੇ ਨਾ ਪਿਆਸ ਸਤਾਉਂਦੀ ਹੈ। ਮਹਾਰਾਜ ਮੇਰੇ ਤੋਂ ਭੁੱਖ ਨਹੀਂ ਜਰੀ ਜਾ ਰਹੀ, ਮੈਨੂੰ ਆਗਿਆ ਦੇਵੋ। ਇਸ ਜੰਗਲ ਦੇ ਵਿੱਚ ਜਾ ਕੇ ਮੈਂ ਬੜੇ ਫਲ ਲੱਗੇ ਹੋਏ ਹੈ, ਕਿੰਨੇ ਕਿੰਨੇ ਫਲਾਂ ਦੇ ਰੁੱਖ ਨੇ, ਮੈਂ ਕੋਈ ਫਲ ਆਦਿਕ ਛਕ ਆਵਾਂ, ਮਹਾਰਾਜ ਮੇਰਾ ਪੇਟ ਭਰ ਜਾਊਗਾ, ਭੁੱਖ ਮਿਟ ਜਾਵੇਗੀ। ਨਹੀਂ ਤਾਂ ਮੇਰੇ ਤੋਂ ਹੁਣ ਤੁਰਿਆ ਨਹੀਂ ਜਾਂਦਾ, ਭੁੱਖ ਬਹੁਤ ਜ਼ਿਆਦਾ ਮੈਨੂੰ ਸਤਾ ਰਹੀ ਹੈ। ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਮਰਦਾਨੇ ਜੰਗਲ ਬੜਾ ਭਿਆਨਕ ਹੈ, ਇਹਦੇ ਅੰਦਰ ਨਾ ਜਾ। ਤੇ ਫੇਰ ਕਹਿਣ ਲੱਗੇ, ਮਹਾਰਾਜ ਮੇਰੇ ਤੋਂ ਜਰੀ ਨਹੀਂ ਜਾਂਦੀ, ਕਿੰਨਾ ਕੁ ਭਿਆਨਕ ਹੈ, ਮੈਨੂੰ ਤਾਂ ਰੁੱਖ ਹੀ ਇੱਥੇ ਨਜ਼ਰ ਆਉਂਦੇ, ਇਹਦੇ ਵਿੱਚ ਕੀ ਹੋਵੇਗਾ। ਸਤਿਗੁਰੂ ਜੀ ਦਾ ਬਚਨ ਨਾ ਮੰਨਿਆ ਤੇ ਸਤਿਗੁਰੂ ਸੱਚੇ ਪਾਤਸ਼ਾਹੀ ਨੇ ਦੁਬਾਰਾ ਫੇਰ ਬਚਨ ਕੀਤਾ, ਭਾਈ ਮਰਦਾਨਿਆ ਨਾ ਜਾ। ਪਰ ਕਹਿੰਦਾ, ਮਹਾਰਾਜ ਮੈਂ ਛੇਤੀ ਆ ਜਾਊਂਗਾ ਫਲ ਛਕ ਕੇ। ਜਦੋਂ ਅੰਦਰ ਪ੍ਰਵੇਸ਼ ਹੋ ਗਏ ਨਾ ਤੇ ਮਨ ਮਾਨਸ ਬੜਾ ਵੱਡਾ ਸਾਧ ਸੰਗਤ ਜੀ ਦੈਨ ਸੀ, ਜਿਉਂਦਿਆਂ ਭਾਈ ਮਰਦਾਨੇ ਜੀ ਨੂੰ ਉਸਨੇ ਨਿਗਲ ਲਿਆ। ਉਹਦੇ ਸਰੀਰ ਦਾ ਬੜਾ ਵੱਡਾ ਆਕਾਰ ਸੀ, ਜਿਉਂਦਿਆਂ ਮੁਖ ਦੇ ਵਿੱਚ ਪਾ ਕੇ ਨਿਗਲ ਲਿਆ।
ਕੁਝ ਜਦੋਂ ਦੇਰੀ ਹੋਈ ਤੇ ਨਾ ਆਏ, ਮਹਾਰਾਜ ਸਾਹਿਬ ਜੀ ਭਾਈ ਬਾਲੇ ਨੂੰ ਕਹਿਣ ਲੱਗੇ ਕਿ ਅਜੇ ਤੱਕ ਮਰਦਾਨਾ ਕਿਉਂ ਨਹੀਂ ਆਇਆ। ਤੇ ਉਸ ਸਮੇਂ ਸਾਧ ਸੰਗਤ ਜੀ ਭਾਵੇਂ ਉਹਦੇ ਪੇਟ ਦੇ ਅੰਦਰ ਪ੍ਰਵੇਸ਼ ਹੋ ਗਏ ਸੀ ਨਾ, ਭਾਈ ਮਰਦਾਨਾ ਜੀ ਇੱਕ ਜਿੱਤ ਹੋ ਕਰਕੇ ਅਰਦਾਸ ਕਰਦੇ ਨੇ, ਬੇਨਤੀਆਂ ਕਰ ਰਹੇ ਨੇ ਬਾਰ-ਬਾਰ, ਹੇ ਮਹਾਰਾਜ ਮੈਂ ਆਪ ਜੀ ਦਾ ਬਚਨ ਨਹੀਂ ਮੰਨਿਆ, ਕਿਰਪਾ ਕਰੋ ਮਹਾਰਾਜ ਮੇਰੀ ਰੱਖਿਆ ਕਰ ਲਓ। ਜਿਵੇਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਿਆਰਿਆਂ ਦੀ ਲੱਜਿਆ ਰੱਖਦੇ ਆ ਰਹੇ ਹੋ, ਕਿਰਪਾ ਕਰਕੇ ਮੇਰੀ ਵੀ ਕਿਰਪਾ ਕਰਕੇ ਰੱਖਿਆ ਕਰ ਲਓ, ਮੈਨੂੰ ਬਚਾ ਲਓ। ਮੈਨੂੰ ਜਿਉਂਦੇ ਮਹਾਰਾਜ ਜੀ ਸਿਧਾਂਤ ਨੇ ਨਿਗਲ ਲੈਣਾ ਕੀਤਾ। ਹਜ਼ੂਰ ਨੇ ਉਸੇ ਸਮੇਂ ਭਾਈ ਬਾਲੇ ਨੂੰ ਕਿਹਾ ਕਿ ਸਾਡਾ ਸਾਥੀ ਭਾਈ ਮਰਦਾਨਾ ਮੁਸੀਬਤ ਦੇ ਵਿੱਚ ਫਸ ਗਿਆ, ਚੱਲ ਉਹਨੂੰ ਬਚਾਉਣ ਚੱਲੀਏ। ਭਾਈ ਬਾਲਾ ਜੀ ਕਹਿਣ ਲੱਗੇ ਮਹਾਰਾਜ ਰਹਿਣ ਦਿਓ, ਕਿਹੜਾ ਆਖੇ ਲੱਗਦਾ। ਮਹਾਰਾਜ ਤੁਹਾਡਾ ਉਹਨੇ ਬਚਨ ਨਹੀਂ ਮੰਨਿਆ। 2 ਵਾਰ ਆਪ ਨੇ ਉਸ ਨੂੰ ਸਮਝਾਇਆ, ਪਰ ਫਿਰ ਵੀ ਉਸ ਨੇ ਮਹਾਰਾਜ ਤੁਹਾਡੇ ਬਚਨਾਂ ਦੀ ਉਲੰਘਣਾ ਕੀਤੀ ਹੈ, ਰਹਿਣ ਦਿਓ ਮਹਾਰਾਜ ਇਸੇ ਤਰ੍ਹਾਂ ਹੀ ਉਹਨੂੰ, ਉਹ ਕਿਹੜਾ ਆਖੇ ਲੱਗਦਾ। ਪਰ ਗਰੀਬ ਨਵਾਜ ਸਤਿਗੁਰੂ ਜੀ ਨੇ ਬਚਨ ਕੀਤਾ, ਕਹਿਣ ਲੱਗੇ ਨਹੀਂ ਭਾਈ ਸਾਡਾ ਸਾਥੀ ਹੈ, ਸਾਡਾ ਸਿੱਖ ਹੈ, ਭਾਵੇਂ ਬਚਨ ਨਹੀਂ ਮੰਨਿਆ ਹੈ ਤੇ ਸਾਡਾ ਸਿੱਖ ਹੀ ਹੈ ਨਾ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਜਦੋਂ ਗਏ ਹੈ ਨਾ, ਤੇ ਸਤਿਗੁਰੂ ਜੀ ਨੂੰ ਸਾਧ ਸੰਗਤ ਜੀ ਜਿਉਂਦੇ ਨਿਗਲ ਲਿਆ ਉਸ ਬਨ ਮਾਨਸ ਦੈਂਤ ਨੇ। ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਦੇਖਿਆ ਤੇ ਭਾਈ ਮਰਦਾਨਾ ਸਾਧ ਸੰਗਤ ਜੀ ਚਿਹਰੇ ਤੇ ਮੁਸਕਰਾਹਟ ਜਦੋਂ ਪੈਦਾ ਹੋਈ, ਮਨ ਵਿੱਚ ਬੜੀ ਖੁਸ਼ੀ ਹੋਈ, ਹੱਥ ਜੋੜ ਕੇ ਨਮਸਕਾਰ ਕੀਤੀ, ਕਹਿਣ ਲੱਗੇ ਮਹਾਰਾਜ ਜਿਵੇਂ ਆਪ ਜੀ ਹੋਰ ਔਕੜਾਂ ਤੋਂ ਬਚਾਉਂਦੇ, ਮੁਸੀਬਤਾਂ ਤੋਂ ਬਚਾਉਂਦੇ ਹੋ, ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਬਨ ਮਾਨਸ ਦੈਂਤ ਦੇ ਅੰਦਰ ਵੀ ਮਹਾਰਾਜ ਬਚਾਉਣ ਵਾਸਤੇ, ਮੇਰੀ ਰੱਖਿਆ ਕਰਨ ਵਾਸਤੇ ਆਪ ਆ ਗਏ ਹੋ। ਹੇ ਗਰੀਬ ਨਵਾਜ ਕਿਰਪਾ ਕਰਕੇ ਮੈਨੂੰ ਬਚਾ ਲਓ, ਤੁਹਾਡੇ ਤੋਂ ਬਿਨਾਂ ਮੇਰੀ ਕੌਣ ਰੱਖਿਆ ਕਰਨ ਵਾਲਾ ਹੈ, ਕੌਣ ਮੈਨੂੰ ਬਚਾਉਣ ਵਾਲਾ ਹੈ। ਤੇ ਜਦੋਂ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਆਪਣੇ ਸਰੀਰ ਦਾ ਆਕਾਰ ਵਧਾਇਆ, ਜਿੰਨਾ ਕੋ ਵੱਡਾ ਉਹ ਦੈਂਤ ਦਾ ਸਰੂਪ ਸੀ ਨਾ, ਉਹਦੇ ਸਰੀਰ ਦਾ ਜਿੰਨਾ ਵੱਡਾ ਆਕਾਰ ਸੀ ਉਨਾ ਵੱਡਾ ਮਹਾਰਾਜ ਸਾਹਿਬ ਜੀ ਨੇ ਕਰ ਲਿਆ। ਤੇ ਉਸ ਨੇ ਸਾਧ ਸੰਗਤ ਜੀ ਫਿਰ 3 ਯੋਜਨ ਕਰ ਲਿਆ, ਫਿਰ ਹਜ਼ੂਰ ਨੇ ਵੀ ਉਨਾ ਵੱਡਾ ਬਣਾ ਲਿਆ, ਫਿਰ 6 ਯੋਜਨ, ਇੱਦਾਂ 9 ਯੋਜਨ ਤੱਕ ਇੰਨਾ ਵੱਡਾ ਆਕਾਰ ਆਪਣੇ ਸਰੀਰ ਦਾ ਉਸਨੇ ਬਣਾ ਲਿਆ। ਜਿਵੇਂ ਜਿਵੇਂ ਆਪਣੇ ਸਰੀਰ ਦਾ ਆਕਾਰ ਵੱਡਾ ਕਰੀ ਜਾਂਦਾ ਤਿਵੇਂ ਤਿਵੇਂ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਉਹਦੇ ਸਰੀਰ ਦਾ ਆਕਾਰ ਵਧਾਈ ਜਾਂਦੇ ਹੈ। ਸਤਿਗੁਰੂ ਜੀ ਆਪਣੇ ਸਰੀਰ ਦਾ ਆਕਾਰ ਤਿਵੇਂ ਤਿਵੇਂ ਵੱਡਾ ਕਰੀ ਜਾਂਦੇ ਸਨ। ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ, ਕਹਿੰਦੇ ਹਨ ਕਿ ਜਦੋਂ ਜਿੰਨੀ ਸ਼ਕਤੀ ਸੀ ਉਹਨਾਂ ਕੋ ਆਪਣੇ ਸਰੀਰ ਦਾ ਆਕਾਰ ਵਧਾ ਲਿਆ, ਜਦੋਂ ਸ਼ਕਤੀ ਜਿਹੜੀ ਸੀ ਖਤਮ ਹੋ ਗਈ, ਬਲ ਖਤਮ ਹੋ ਗਿਆ, ਤੇ ਫਿਰ ਸਾਧ ਸੰਗਤ ਜੀ ਸਾਹ ਆਉਣ ਉਸ ਨੂੰ ਬੰਦ ਹੋ ਗਿਆ ਤੇ ਬੜੇ ਜ਼ੋਰ ਦੇ ਨਾਲ ਧਰਤੀ ਤੇ ਮੂਧੇ ਮੂੰਹ ਡਿੱਗ ਪਿਆ ਸੀਗਾ। ਕਿਉਂਕਿ ਸਤਿਗੁਰੂ ਜੀ ਦੀ ਭਲਾ ਬਰਾਬਰਤਾ ਕੌਣ ਕਰ ਸਕਦਾ ਹੈ? ਕਿਸੇ ਵੀ ਸਮਰੱਥਾ ਨਹੀਂ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਕਤੀਆਂ ਦੀ, ਸਤਿਗੁਰਾਂ ਦੇ ਸਰੂਪ ਦੀ ਕੋਈ ਬਰਾਬਰਤਾ ਕਰ ਸਕੇ। ਕਿਸੇ ਜੀਵ ਦੇ ਵਿੱਚ ਇੰਨਾ ਕੋਈ ਬਲ ਨਹੀਂ ਹੈ, ਕੋਈ ਸ਼ਕਤੀ ਨਹੀਂ ਹੈ। ਤੇ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੇ ਭਾਈ ਬਾਲੀ ਨੂੰ ਜਿਉਂਦੇ ਸਾਧ ਸੰਗਤ ਜੀ ਦੈਂਤ ਦੇ ਸਰੀਰ ਦੇ ਵਿੱਚੋਂ ਬਾਹਰ ਕੱਢ ਕੇ ਰੱਖਿਆ ਕਰ ਲਈ ਸੀ। ਮਹਾਰਾਜ ਸਾਹਿਬ ਜੀ ਨੇ ਇਹੋ ਕਿਹਾ ਸੀ ਨਾ ਭਾਈ ਬਾਲੇ ਨੂੰ ਕਿ ਭਾਈ ਬਾਲਿਆ ਹੈ ਤਾਂ ਸਾਡਾ ਸਿੱਖ ਹੀ ਹੈ ਨਾ, ਠੀਕ ਹੈ, ਜੇ ਬਚਨ ਨਹੀਂ ਮੰਨਿਆ ਤੇ ਔਕੜ ਦਾ ਸਮਾਂ ਮੁਸੀਬਤ ਵੀ ਉਸਨੇ ਝੱਲਣਾ ਕੀਤੀ ਹੈ, ਪਰ ਸਾਡਾ ਸਾਥੀ ਹੈ, ਅਸੀਂ ਉਹਦੀ ਰੱਖਿਆ ਜ਼ਰੂਰ ਕਰਨੀ ਹੈ। ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਰੱਖਿਆ ਕਰਦੇ ਹੈ। ਇਸ ਲਈ ਹਜ਼ੂਰ ਨੇ ਫਰਮਾਨ ਕੀਤਾ, ਜਿਨ੍ਹਾਂ ਅੰਤਰ ਗੁਰਮੁਖ ਪ੍ਰੀਤ ਹੈ ਤਿਨ ਹਰ ਰੱਖਣ ਹਾਰਾ ਰਾਮ ਰਾਜੇ, ਜੇ ਬਾਹਰ ਹੋ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ। ਮਹਾਰਾਜ ਜੀ ਦੇ ਬਚਨ ਆਏ ਨਾ ਪਿਛੇ ਸ਼ਬਦਾਂ ਦੀ ਵਿਚਾਰ ਅੰਦਰ, ਜੇ ਹਿਰਦੇ ਅੰਦਰ ਸੱਚਾ ਪਿਆਰ ਹੋਵੇ, ਸਾਧ ਸੰਗਤ ਜੀ ਜੀਵਨ ਦੇ ਅੰਦਰ ਕੋਈ ਕੋਤਾਹੀ ਵੀ ਹੋ ਜਾਵੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਰੱਖਿਆ ਜ਼ਰੂਰ ਆਪਣੇ ਸਿੱਖ ਦੀ ਕਰਦੇ ਹੈ। ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਮਹਾਰਾਜ ਸਾਹਿਬ ਜੀ ਜ਼ਰੂਰ ਆਪਣੇ ਸਿੱਖਾਂ ਦੀ ਲਾਜਪਤ ਰੱਖਦੇ ਹੈ, ਪਤ ਇੱਜ਼ਤ ਰੱਖਣਾ ਕਰਦੇ ਹੈ, ਅੰਗ ਸੰਗ ਹੋ ਕਰਕੇ ਨਾਲ ਨਿਭਦੇ ਹੈ। ਜੇ ਸਿੱਖ ਮਹਾਰਾਜ ਸਾਹਿਬ ਜੀ ਨੂੰ ਬੜੇ ਪਿਆਰ ਦੇ ਨਾਲ ਯਾਦ ਕਰਦਾ ਹੈ, ਜਿਵੇਂ ਭਾਈ ਜੋਗਾ ਸਿੰਘ ਜੀ ਦੀ ਸਾਖੀ ਆਉਂਦੀ ਹੈ ਨਾ, ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਕਿਰਪਾ ਕਰਕੇ ਰੱਖਿਆ ਕੀਤੀ ਹੈ। ਤਾਂ ਹੀ ਸਾਧ ਸੰਗਤ ਜੀ ਕਵੀ ਜਨਾਂ ਨੇ ਬਚਨ ਲਿਖੇ ਹੈ,
ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ, ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ। ਵਾਰ ਪਰਿਵਾਰ ਚੌਹਾਂ ਬੱਚਿਆਂ ਕੋ ਹਾਰ ਦੇਵੇ, ਸਿੱਖ ਕੌਮ ਵਾਸਤੇ ਕੁਰਬਾਨ ਵਾਰ ਵਾਰ ਜੀ। ਬਾਰ ਬਾਰ ਸਾਧ ਸੰਗਤ ਜੀ ਦੋ ਦੋ ਕਰਕੇ ਸਾਹਿਬਜ਼ਾਦੇ ਜੀ ਨੂੰ ਕੁਰਬਾਨ ਕੀਤਾ, ਆਪਣਾ ਸਰਬੰਸੀ ਕੁਰਬਾਨ ਕਰ ਦਿੱਤਾ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਫਿਰ ਕਹਿੰਦੇ ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ। ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ, ਪਾਪ ਅੱਗ ਵਿੱਚ ਲਵੇ ਸਿੱਖ ਨੂੰ ਨਿਕਾਲ ਜੀ। ਪਾਪ ਕਰਮਾਂ ਦੀ ਅੱਗ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਕੱਢ ਲੈਂਦੇ ਆਪਣੇ ਸਿੱਖਾਂ ਦੀ ਰੱਖਿਆ ਕਰਨ ਦੇ ਵਾਸਤੇ। ਭਾਈ ਜੋਗਾ ਸਿੰਘ ਸੀ ਨਾ, ਜਿਸ ਨੇ ਕਿਸੇ ਸਮੇਂ ਬਚਨ ਕੀਤਾ ਸੀ, ਮਹਾਰਾਜ ਹਜੂਰ ਨੇ ਪੁੱਛਿਆ ਸੀ ਤੇਰਾ ਨਾਮ ਕੀ? ਕਹਿੰਦਾ ਜੀ ਭਾਈ ਜੋਗਾ। ਕਹਿੰਦੇ ਕਿਹਦੇ ਜੋਗਾ? ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਮੈਂ ਤੁਹਾਡੇ ਜੋਗਾ। ਤੇ ਕਹਿੰਦੇ ਜੇ ਤੂੰ ਸਾਡੇ ਜੋਗਾ ਤੇ ਗੁਰੂ ਤੇਰੇ ਜੋਗਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ। ਜ਼ਿੰਦਗੀ ਦੇ ਅੰਦਰ ਸਾਧ ਸੰਗਤ ਜੀ ਕੋਈ ਪੂਰਬਲਾ ਜਿਹੜਾ ਮਾੜਾ ਕਰਮ ਅੱਗੇ ਆ ਜਾਂਦਾ ਹੈ, ਭਾਵੇਂ ਕਦੇ ਵੀ ਸਤਿਗੁਰੂ ਜੀ ਦੇ ਬਚਨਾਂ ਦੀ ਉਲੰਘਣਾ ਨਹੀਂ ਸੀ ਕੀਤੀ, ਜਦੋਂ ਵੀ ਮਹਾਰਾਜ ਸਾਹਿਬ ਜੀ ਦਾ ਹੁਕਮ ਸੁਣਦਾ ਉਸੇ ਸਮੇਂ 7 ਬਚਨ ਕਰਕੇ ਮੰਨਦੇ ਸਨ। ਫਿਰ ਜ਼ਿਕਰ ਆਉਂਦਾ ਹੈ ਕਿ ਜਿਸ ਸਮੇਂ ਆਨੰਦ ਕਾਰਜ ਹੋ ਰਿਹਾ ਸੀ ਨਾ, ਵਿਆਹ ਹੋ ਰਿਹਾ ਸੀ ਭਾਈ ਜੋਗਾ ਸਿੰਘ ਜੀ ਦਾ, 4 ਲਾਵਾਂ ਵੀ ਅਜੇ ਪੂਰੀਆਂ ਨਹੀਂ ਸਨ ਹੋਈਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖ ਦੇ ਕੋਲ ਜੋ ਹੁਕਮ ਭੇਜਿਆ ਕਿ ਜੋ ਵੀ ਕਾਰਜ ਕਰ ਰਹੇ ਛੱਡ ਕਰਕੇ ਸਾਡਾ ਵਚਨ ਮੰਨ ਕੇ ਹੁਣੇ ਸਾਡੇ ਪਾਸ ਆਉਣਾ ਕਰੇ। ਤੇ ਸਾਧ ਸੰਗਤ ਜੀ ਪਰਿਵਾਰ ਵਾਲਿਆਂ ਨੇ, ਰਿਸ਼ਤੇਦਾਰਾਂ ਨੇ ਭਾਵੇਂ ਬਹੁਤ ਸਮਝਾਇਆ ਕਿ 4 ਲਾਵਾਂ ਤਾਂ ਪੂਰੀਆਂ ਕਰ ਜਾ, ਪਰ ਨਹੀਂ, ਕਹਿੰਦੇ ਮੇਰੇ ਸਤਿਗੁਰੂ ਦਾ ਹੁਕਮ ਆ ਗਿਆ, ਮੇਰੇ ਸਤਿਗੁਰੂ ਜੀ ਦੀ ਆਗਿਆ ਆ ਗਈ ਹੈ। ਹੁਣ ਮੈਂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਹੁਣੇ ਸਭ ਕੁਝ ਛੱਡ ਕਰਕੇ ਚੱਲਿਆ। ਤੇ ਰਸਤੇ ਵਿੱਚ ਆਉਂਦਿਆਂ ਹੋਇਆਂ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਸਾਧ ਸੰਗਤ ਜੀ ਜੋ ਵੇਸਵਾ ਦਾ ਘਰ ਸੀਗਾ, ਤੇ ਜਿਸ ਬਾਬਤ ਜ਼ਿਕਰ ਆਉਂਦਾ ਹੈ ਰਾਤ ਦੇ ਸਮੇਂ ਮਨ ਦੇ ਅੰਦਰ ਇਹ ਮਨ ਦਾ ਫੁਰਨਾ ਪੈਦਾ ਹੋ ਗਿਆ ਕਿ ਇੱਥੇ ਵੇਸਵਾ ਦੇ ਦਰ ਤੇ ਦਸਤਖਤ ਕਰਕੇ ਜਾਵਾਂ, ਮੈਨੂੰ ਕਿਹੜਾ ਰਸਤੇ ਵਿੱਚ ਕਿਸੇ ਨੇ ਦੇਖਣਾ। ਕਿਉਂਕਿ ਜਦੋਂ ਹੰਕਾਰ ਪੈਦਾ ਹੋ ਜਾਂਦਾ ਨਾ, ਹੰਕਾਰ ਦੇ ਨਾਲ ਹੀ ਮਹਾਰਾਜ ਕਹਿੰਦੇ ਬੜੇ ਬੜੇ ਵਿਕਾਰ ਹਿਰਦੇ ਅੰਦਰ ਚੱਲਣੇ ਸ਼ੁਰੂ ਹੋ ਜਾਂਦੇ ਹੈ। ਤੇ ਮਨ ਵਿੱਚ ਹੰਕਾਰ ਪੈਦਾ ਹੋ ਗਿਆ ਸੀ ਕਿ ਮੇਰੇ ਵਰਗਾ ਸਿੱਖ ਕਿਹੜਾ ਹੋ ਸਕਦਾ ਹੈ ਜਿਹੜਾ ਆਨੰਦ ਕਾਰਜ ਵੀ ਵਿੱਚ ਹੀ ਛੱਡ ਕਰਕੇ ਗੁਰੂ ਦਾ ਬਚਨ ਮੰਨ ਕੇ ਮਹਾਰਾਜ ਦੇ ਪਾਸ ਜਾ ਰਿਹਾ ਹੈ। ਤੇ ਮਨ ਦੇ ਅੰਦਰ ਜਦੋਂ ਵਿਕਾਰ ਦਾ ਫੁਰਨਾ ਪੈਦਾ ਹੋਇਆ, ਅੰਤਰਜਾਮੀ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਆਪਣੇ ਸਿੱਖ ਦੀ ਰੱਖਿਆ ਕਰਨ ਵਾਸਤੇ, ਪਾਪ ਕਰਮਾਂ ਦੀ ਨਰਕਾਂ ਦੀ ਅੱਗ ਵਿੱਚ ਪੈਣੋਂ ਬਚਾਉਣ ਦੇ ਵਾਸਤੇ ਹਜੂਰ ਨੇ ਸਾਰੀ ਰਾਤ ਪਹਿਰੇਦਾਰ ਬਣ ਕੇ ਸਾਧ ਸੰਗਤ ਜੀ ਸਿੱਖ ਦੀ ਰੱਖਿਆ ਕੀਤੀ ਹੈ। ਤਾਂ ਹੀ ਕਹਿੰਦੇ ਆ ਨਾ ਕਿ ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ, ਕਿ ਜਿਹੜੇ ਪਾਪ ਕਰਮਾਂ ਦੀ ਅੱਗ ਦੇ ਵਿੱਚ ਪੈਣਾ ਸੀਗਾ ਸਿੱਖ ਨੂੰ ਉਹਦੇ ਤੋਂ ਬਚਾ ਕਰਕੇ ਰੱਖਿਆ ਕਰ ਲੈਂਦੇ ਹੈ। ਇਹ ਪੂਰੀ ਸਤਿਗੁਰੂ ਜੀ ਦੀ ਵਡਿਆਈ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਬਖਸ਼ਿਸ਼ ਕਰ ਰਹੇ ਨੇ, ਜਿਨ੍ਹਾਂ ਅੰਤਰ ਗੁਰਮੁਖ ਪ੍ਰੀਤ ਹੈ ਤਿਨ ਹਰ ਰੱਖਣ ਹਾਰਾ ਰਾਮ ਰਾਜੇ। हे ਪਰਮੇਸ਼ਰ ਦੇ ਪਿਆਰੇ ਜਨੋ, ਤਿਨਾਂ ਦੀ ਰੱਖਿਆ ਕਰਦੇ ਗਰੀਬ ਨਵਾਜ ਸਤਿਗੁਰੂ ਜੀ। ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰਕੇ ਤਿਨਾਂ ਦੀ ਪਦ ਇੱਜ਼ਤ ਰੱਖਦਾ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਸੱਚਾ ਪਿਆਰ ਹੁੰਦਾ ਹੈ। ਤਿਨਾਂ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਜਨਾਂ ਦੀ ਨਿੰਦਾ ਭਲਾ ਕੋਈ ਕੀ ਕਰ ਸਕਦਾ ਹੈ, ਜਿਨ੍ਹਾਂ ਨੂੰ ਨਾ ਤਾਂ ਸਾਧ ਸੰਗਤ ਜੀ ਉਸਤਤ ਕਰਨ ਵਾਲਿਆਂ ਦੇ ਨਾਲ ਪਿਆਰ ਹੈ, ਨਾ ਨਿੰਦਾ ਕਰਨ ਵਾਲਿਆਂ ਤੇ ਕੋਈ ਗਿਲਾ ਹੈ, ਨਾ ਮਾਣ ਦੇਣ ਵਾਲਿਆਂ ਤੇ ਕੋਈ ਪਿਆਰ ਹੈ, ਨਾ ਅਪਮਾਨ ਕਰਨ ਵਾਲਿਆਂ ਤੇ ਕਿਸੇ ਪ੍ਰਕਾਰ ਦਾ ਕੋਈ ਗਿਲਾ ਹੈ। ਭਾਵੇਂ ਕੋਈ ਆਦਰ ਕਰੀ ਜਾਵੇ, ਕੋਈ ਨਿਰਾਦਰ ਕਰੀ ਜਾਵੇ, ਸੁੱਖ ਮਿਲੇ ਦੁੱਖ ਮਿਲੇ, ਸਮਾਨ ਬਿਰਤੀ ਰੱਖ ਕੇ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ। ਕੋਈ ਫਰਕ ਨਹੀਂ ਪੈਂਦਾ ਵਾਹਿਗੁਰੂ ਦੇ ਪਿਆਰੇ ਜਾਨਾਂ ਨੂੰ, ਭਾਵੇਂ ਕਿ ਉਹਨਾਂ ਦੀ ਨਿੰਦਿਆ ਕਰੀ ਜਾਵੇ, ਭਾਵੇਂ ਉਹਨਾਂ ਦਾ ਕੋਈ ਸਤਿਕਾਰ ਕਰੀ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਤਿਨ ਕੀ ਨਿੰਦਾ ਕੋਈ ਕਿਆ ਕਰੇ। ਉਹਨਾਂ ਵਾਹਿਗੁਰੂ ਦੇ ਪਿਆਰੇ ਜਨਾਂ ਦੀ ਭਲਾ ਕੋਈ ਨਿੰਦਿਆ ਕੀ ਕਰ ਸਕਦਾ ਹੈ, ਨਿੰਦਿਆ ਕਰਕੇ ਕੀ ਕੋਈ ਵਿਗਾੜ ਸਕਦਾ ਹੈ।
ਜਿਨ੍ਹਾਂ ਨੂੰ ਕੇਵਲ ਪਰਮੇਸ਼ਰ ਦਾ ਨਾਮ ਪਿਆਰਾ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਕੇਵਲ ਪਰਮੇਸ਼ਰ ਦੇ ਨਾਮ ਦਾ ਸੱਚਾ ਪਿਆਰ ਧਾਰਨ ਕਰਿਆ, ਹਜੂਰ ਕਹਿੰਦੇ ਤਿੰਨਾਂ ਦੀ ਨਿੰਦਾ ਕਰਕੇ ਕੋਈ ਭਲਾ ਕੀ ਵਿਗਾੜੇਗਾ। ਜਿਵੇਂ ਭਗਤ ਰਸਨਾ ਦੁਆਰਾ ਹਜੂਰ ਨੇ ਉਚਾਰਨ ਕੀਤਾ ਹੈ, ਵਾਹਿਗੁਰੂ ਦੇ ਪਿਆਰੇ ਨਾਮ ਰਸੀਏ ਸਾਧ ਸੰਗਤ ਜੀ ਨਿੰਦਿਆ ਦੇ ਨਾਲ ਵੀ ਪਿਆਰ ਕਰਦੇ ਹੈ। ਨਿੰਦਉ ਨਿੰਦਉ ਮੋਕਉ ਲੋਗ ਨਿੰਦਉ, ਨਿੰਦਾ ਜਨ ਕਉ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ। ਇਉਂ ਗੁਰੂ ਕੇ ਪਿਆਰ ਵਾਲੇ ਜਿਹੜੇ ਗੁਰਸਿੱਖ ਹੈ ਨਾ, ਉਹ ਕਹਿੰਦੇ ਕਿ ਇਸ ਸੰਸਾਰ ਦੇ ਲੋਗੋ ਨਿੰਦਿਆ ਕਰੋ ਕਰੋ, ਰੱਜ ਕੇ ਨਿੰਦਿਆ ਕਰ ਲਓ, ਸਾਨੂੰ ਕੋਈ ਪਰਵਾਹ ਨਹੀਂ ਹੈ। ਕਿਉਂਕਿ ਸਾਧ ਸੰਗਤ ਜੀ ਨਿੰਦਿਆ ਕਰਨ ਵਾਲਾ ਜਿਹੜਾ ਮਨੁੱਖ ਹੈ ਨਾ, ਉਹ ਆਪਣੀ ਜ਼ੁਬਾਨ ਦੇ ਨਾਲ ਪਾਪ ਕਰਮਾਂ ਦੀ ਗੰਦਗੀ ਮਨੁੱਖ ਦੀ ਸਾਫ਼ ਕਰਦਾ ਹੈ। ਜਿਹੜੀ ਨਿੰਦਿਆ ਕਰ ਰਿਹਾ ਹੁੰਦਾ ਹੈ, ਆਪਣੀ ਜ਼ੁਬਾਨ ਦੇ ਨਾਲ ਪਾਪ ਕਰਮਾਂ ਦੀ ਮੈਲ ਉਹਦੀ ਸਾਫ਼ ਕਰ ਰਿਹਾ ਹੁੰਦਾ ਹੈ। ਤੇ ਹਜੂਰ ਨੇ ਤਾਂ ਹੀ ਗੁਰਬਾਣੀ ਵਿੱਚ ਬਚਨ ਕੀਤਾ ਹੈ ਨਾ ਕਿ ਨਿੰਦਾ ਕਰਨੀ ਕਿਸੇ ਦੀ ਵੀ ਚੰਗੀ ਨਹੀਂ ਹੈ, ਭਾਵੇਂ ਕੋਈ ਭਲਾ ਹੈ ਚਾਹੇ ਕੋਈ ਮੰਦਾ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਜੀਵ ਹੈ, ਗੁਣਵਾਨ ਚਾਹੇ ਕੋਈ ਔਗਣਹਾਰ ਹੈ, ਇਹ ਜੀਵ ਨਿੰਦਾ ਕਰਨੀ ਕਿਸੇ ਦੀ ਵੀ ਚੰਗੀ ਨਹੀਂ ਹੈ। ਪਰ ਮਹਾਰਾਜ ਕਹਿੰਦੇ ਫੇਰ ਵੀ ਦੇਖੋ ਮਨਮੁਖ ਸਾਖਤ ਜੀਵ ਨਿੰਦਾ ਕਰਨੋਂ ਟਲਦੇ ਨਹੀਂ ਹੈ, ਬਾਰ-ਬਾਰ ਨਿੰਦਾ ਕਰੀ ਜਾਂਦੇ ਹੈ। ਨਿੰਦਕ ਬੰਦੇ ਦਾ ਸੁਭਾਅ ਹੁੰਦਾ ਹੈ, ਜਦੋਂ ਤੱਕ ਨਿੰਦਿਆ ਨਾ ਕਿਸੇ ਦੀ ਕਰ ਲਵੇ ਉਹਨੂੰ ਭੋਜਨ ਹਜਮ ਨਹੀਂ ਹੁੰਦਾ। ਇਹ ਨਿੰਦਕ ਦਾ ਸੁਭਾਅ ਹੁੰਦਾ ਹੈ। ਹਜੂਰ ਨੇ ਉਚਾਰਨ ਕੀਤਾ ਹੈ, ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ। ਐਸੇ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਹੈ ਪਰਮਾਤਮਾ ਦੇ ਘਰ ਦੇ ਵਿੱਚ, ਫਿਰ ਨਰਕਾਂ ਦੀ ਅੱਗ ਦੇ ਵਿੱਚ ਇਹਨਾਂ ਨੂੰ ਸਾਧ ਸੰਗਤ ਜੀ ਖੱਜਲ ਖੁਆਰ ਹੋਣਾ ਪੈਂਦਾ, ਬਾਰ-ਬਾਰ ਸੜਨਾ ਪੈਂਦਾ ਹੈ। ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜੂਰ ਨੇ ਨਿੰਦਕਾਂ ਦੇ ਪ੍ਰਥਾਏ ਬਚਨ ਉਚਾਰਨ ਕੀਤੇ। ਹਰ ਰੋਜ਼ ਅਸੀਂ ਪੜ੍ਹਦੇ ਹਾਂ, ਅਸੰਖ ਨਿੰਦਕ ਸਿਰ ਕਰਹਿ ਭਾਰ। 1 2 4 ਨਹੀਂ, ਅਣਗਿਣਤ ਅਸੰਖ ਭਾਵ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇੰਨੇ ਅਣਗਿਣਤ ਸੰਸਾਰ ਭਰ ਦੇ ਨਿੰਦਕ ਜੀਵ ਹਨ, ਜਿਹੜੇ ਦੂਜਿਆਂ ਦੀ ਨਿੰਦਿਆ ਕਰ ਕਰਕੇ ਉਹਨਾਂ ਦਾ ਪਾਪ ਕਰਮਾਂ ਦਾ ਭਾਰ ਆਪਣੇ ਸਿਰ ਚੁੱਕੀ ਜਾ ਰਹੇ ਹੈ। ਉਹਨਾਂ ਦੀਆਂ ਪਾਪ ਕਰਮਾਂ ਦੀਆਂ ਪੰਡਾ ਆਪਣੇ ਸਿਰ ਤੇ ਧਰੇ ਜਾ ਰਹੇ ਨੇ। ਅਣਗਿਣਤ ਐਸੇ ਸੰਸਾਰ ਦੇ ਜੀਵ ਹਨ। ਤੇ ਹਜੂਰ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਕਿ ਜਿੱਥੇ ਸਾਧ ਸੰਗਤ ਜੀ ਕਿੰਨੇ ਕਿੰਨੇ ਭਿਆਨਕ ਰੋਗ ਹੈ ਨਾ ਸੰਸਾਰ ਦੇ ਅੰਦਰ ਜੀਵਾਂ ਨੂੰ ਚੰਬੜੇ ਹੋਏ, ਕਿੰਨੇ ਕਿੰਨੇ ਦੁੱਖ ਸੰਸਾਰ ਦੇ ਜੀਵਾਂ ਨੂੰ ਲੱਗੇ ਹੋ। ਕਿਸੇ ਨੂੰ ਤਨ ਕਰਕੇ, ਕਿਸੇ ਨੂੰ ਮਨ ਕਰਕੇ ਦੁੱਖ ਲੱਗੇ ਹੈ। ਕੋਈ ਤਨ ਕਰਕੇ ਰੋਗੀ ਹੈ ਤੇ ਕੋਈ ਮਨ ਕਰਕੇ ਰੋਗੀ ਹੈ। ਹਰ ਇੱਕ ਦੁੱਖ ਦਾ, ਹਰ ਇੱਕ ਰੋਗ ਦਾ ਪਰਮਾਤਮਾ ਨੇ ਕੋਈ ਨਾ ਕੋਈ ਇਲਾਜ ਜ਼ਰੂਰ ਬਣਾਇਆ ਹੈ। ਉਹਦੀ ਔਸ਼ਧੀ ਕੋਈ ਦਵਾ ਦਾਰੂ ਪਰਮੇਸ਼ਰ ਨੇ ਜ਼ਰੂਰ ਬਣਾਇਆ ਹੈ। ਜੇ ਰੋਗ ਪੈਦਾ ਕੀਤਾ ਤੇ ਰੋਗ ਨੂੰ ਬਣਾਉਣ ਵਾਲੇ, ਜੇ ਰੋਗ ਨੂੰ ਪਰਮੇਸ਼ਰ ਪੈਦਾ ਕਰਨ ਵਾਲਾ ਤੇ ਰੋਗ ਨੂੰ ਕੱਟਣ ਵਾਲਾ ਵੀ ਪਰਮੇਸ਼ਰ ਆਪ ਹੈ। ਕਿਸੇ ਨਾ ਕਿਸੇ ਬਹਾਨੇ ਕੋਈ ਨਾ ਕੋਈ ਬਿਰਧ ਦੁਆਰਾ ਰੋਗ ਨੂੰ ਕੱਟ ਵੀ ਦਿੰਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਨਿੰਦਕ ਦਾ ਜਿਹੜਾ ਰੋਗ ਲੱਗ ਜਾਂਦਾ ਨਾ, ਨਿੰਦਿਆ ਕਰਨੇ ਦਾ ਜਿਸ ਬੰਦੇ ਨੂੰ ਰੋਗ ਲੱਗ ਜਾਂਦਾ, ਉਹਦੇ ਵਾਸਤੇ ਕੋਈ ਦਵਾ ਦਾਰੂ ਨਹੀਂ ਰੱਬ ਨੇ ਬਣਾਇਆ। ਅਵਖਦ ਸਭੇ ਕੀਤੇ ਨਾ, ਨਿੰਦਕ ਕਾ ਦਾਰੂ ਨਾਹੇ। ਹੋਰ ਤਾਂ ਕਹਿੰਦੇ ਸਾਰੀਆਂ ਔਸ਼ਧੀਆਂ ਦਵਾ ਦਾਰੂਆਂ ਪਰਮਾਤਮਾ ਨੇ ਬਣਾ ਦਿੱਤੀਆਂ, ਪਰ ਨਿੰਦਕ ਬੰਦੇ ਦੀ ਕੋਈ ਦਵਾ ਨਹੀਂ ਰੱਬ ਨੇ ਬਣਾਈ। ਜਿਸ ਕਰਕੇ ਨਿੰਦਿਆ ਕਰਨੇ ਦਾ ਰੋਗ ਉਹਦਾ ਦੂਰ ਹੋ ਜਾਵੇ, ਅਰੋਗੀ ਹੋ ਜਾਵੇ ਤੇ ਜੀਵਨ ਉਹਦਾ ਸੁਖਾਲਾ ਬਣ ਜਾਵੇ। ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਨੇ ਕਿੰਨੇ ਬਚਨ ਉਚਾਰਨ ਕੀਤੇ, ਨਿੰਦਕ ਕੀ ਗਤ ਕਤ ਹੋ ਨਾਹੀ। ਨਿੰਦਕ ਬੰਦੇ ਦੀ ਗਤੀ ਕਿਤੇ ਵੀ ਨਹੀਂ ਹੋ ਸਕਦੀ। ਜਿੰਨੇ ਮਰਜ਼ੀ ਉਹ ਮਨੁੱਖ ਯਤਨ ਕਰ ਲਵੇ, ਜੇ ਭਾਵੇਂ ਕਹਿੰਦੇ ਕਿ ਉਹ ਬੜੇ ਪੁੰਨ ਦੇ ਕਰਮ ਵੀ ਕਰ ਲਵੇ, ਭਾਵੇਂ ਖੂਹ ਵੀ ਬਣਾ ਲੈਣਾ ਕਰੇ, ਪਾਣੀ ਪਿਆਉਣ ਦੇ ਵਾਸਤੇ ਲੋਕਾਂ ਨੂੰ, ਚੰਗੇ ਕਰਮ ਕਰੇ, ਪੁੰਨ ਦੇ ਕਰਮ ਕਰੇ, ਭਲੇ ਦੇ ਕਰਮ ਕਰੇ, ਪਰ ਜੇ ਨਿੰਦਿਆ ਕਰਨੋਂ ਨਹੀਂ ਨਾ ਟਲਦਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਸਾਰਾ ਕੁਝ ਉਹਦਾ ਬਿਰਥ ਚਲਾ ਜਾਂਦਾ। ਕਰੈ ਨਿੰਦ ਸਭ ਬਿਰਥਾ ਜਾਵੇ, ਸਭ ਕੁਝ ਅਜਾਈ ਆਕਾਰ ਤੇ ਹੀ ਚਲਾ ਜਾਂਦਾ ਹੈ। ਚੰਗੇ ਕੀਤੇ ਹੋਏ ਪੁੰਨ ਦੇ ਕਰਮ ਹੀ ਜੀਵ ਦੇ ਬਿਰਥ ਚਲੇ ਜਾਂਦੇ, ਜੇ ਨਿੰਦਿਆ ਕਰਨੋਂ ਟਲਦਾ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਤਿਨ ਕੀ ਨਿੰਦਾ ਕੋਈ ਕਿਆ ਕਰੇ, ਜਿਨ ਹਰ ਨਾਮ ਪਿਆਰਾ।
हे गुरसिੱਖੋ, ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਹੈ ਉਹ ਇੱਕ ਚਿੱਤ ਹੋ ਕੇ ਪਰਮੇਸ਼ਰ ਦਾ ਨਾਮ ਹੀ ਜਪਦੇ ਰਹਿੰਦੇ ਹਨ। ਨਿੰਦਕ ਬੰਦਾ ਉਹਨਾਂ ਦੀ ਨਿੰਦਿਆ ਕਰਕੇ ਭਲਾ ਕੀ ਵਿਗਾੜ ਲਵੇਗਾ? ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਲੱਗਾ ਹੈ, ਜਿਨ੍ਹਾਂ ਦਾ ਮਨ ਪਰਮੇਸ਼ਰ ਦੇ ਨਾਲ ਮੰਨ ਗਿਆ, ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਜਿਨ੍ਹਾਂ ਦਾ ਮਨ ਮੰਨ ਗਿਆ ਨਾ ਕਿ ਪਰਮੇਸ਼ਰ ਦੇ ਚਰਨਾਂ ਜੈਸਾ ਪਿਆਰ ਹੋਰ ਕਿਤੇ ਵੀ ਪ੍ਰਾਪਤ ਹੋਣ ਵਾਲਾ ਨਹੀਂ ਹੈ। ਵਾਹਿਗੁਰੂ ਦੇ ਚਰਨਾਂ ਦਾ ਸੁੱਖ ਜੋ ਹੋਰ ਕਿਸੇ ਵੀ ਦਰ ਤੇ ਪ੍ਰਾਪਤ ਹੋਣ ਵਾਲਾ ਨਹੀਂ ਹੈ। ਜਿਵੇਂ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਨਾ ਭਗਤ ਰਸਨਾ ਦੁਆਰਾ, ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਕਹਿੰਦੇ ਬੜਾ ਆਨੰਦ ਹੈ ਵਾਹਿਗੁਰੂ ਦੇ ਚਰਨਾਂ ਦਾ, ਪਰਮੇਸ਼ਰ ਦੇ ਚਰਨਾਂ ਦਾ ਪਿਆਰ, ਕਿੰਨਾ ਸਕੂਨ ਹੈ, ਕਿੰਨਾ ਆਨੰਦ ਹੈ, ਇਹਨੂੰ ਕਥਨ ਕੀਤਾ ਹੀ ਨਹੀਂ ਜਾ ਸਕਦਾ। ਕਹਿਬੇ ਕੋ ਸੋਭਾ ਨਹੀਂ, ਕਿਵੇਂ ਕੋ ਕਥਨ ਕਰ ਲਵੇਗਾ ਕਿੰਨਾ ਆਨੰਦ ਹੈ, ਕਹਿਣੇ ਕਥਨੇ ਤੋਂ ਬਾਹਰ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ ਨੇ, ਜਿਨ ਹਰ ਛੇਤੀ ਮਨ ਮਾਨਿਆ, ਜਿਨ੍ਹਾਂ ਦਾ ਮਨ ਮੰਨ ਗਿਆ ਪਰਮੇਸ਼ਰ ਦੇ ਚਰਨਾਂ ਨਾਲ ਕਿ ਵਾਹਿਗੁਰੂ ਦੇ ਚਰਨਾਂ ਜੈਸਾ ਪਿਆਰ ਹੋਰ ਕਿਸੇ ਵੀ ਦੁਨਿਆਵੀ ਸੰਸਾਰ ਦੇ ਕਿਸੇ ਅਦਾਰੇ ਤੋਂ ਪ੍ਰਾਪਤ ਹੋਣ ਵਾਲਾ ਨਹੀਂ ਹੈ। ਪਰਮਾਤਮਾ ਦੇ ਨਾਮ ਰੂਪ ਚਰਨਾਂ ਜੈਸਾ ਸੁੱਖ, ਵਾਹਿਗੁਰੂ ਦੇ ਸਿਮਰਨ ਜੈਸਾ ਸੁੱਖ ਕਿਤਿਓਂ ਵੀ ਸੰਸਾਰ ਦੇ ਹੋਰ ਕਰਮ ਕਾਂਡਾਂ ਵਹਿਮਾਂ ਭਰਮਾਂ ਵਿੱਚ ਪੈ ਕੇ ਜਾਂ ਹੋਰ ਦੁਨੀਆ ਦੇ ਸਾਧਨ ਕਰਨ ਦੇ ਬਾਵਜੂਦ ਵੀ ਨਹੀਂ ਪ੍ਰਾਪਤ ਹੋਣ ਵਾਲਾ। ਜਿਨ੍ਹਾਂ ਨੇ ਇਹ ਭਾਵਨਾ ਬਣਾ ਕਰਕੇ ਪਰਮੇਸ਼ਰ ਦੇ ਸਰੂਪ ਦੇ ਵਿੱਚ ਮਨ ਮੰਨ ਗਿਆ ਕਿ ਵਾਹਿਗੁਰੂ ਦੇ ਸਰੂਪ ਦੇ ਨਾਲ ਚਿੱਤ ਬਿਰਤੀ ਜੋੜਨੇ ਕਰਕੇ ਹੀ ਸਾਡਾ ਭਲਾ ਹੋਣ ਵਾਲਾ ਹੈ, ਭਵ ਸਾਗਰ ਤੋਂ ਪਾਰ ਹੋਵਾਂਗੇ, 84 ਦੇ ਗੇੜੇ ਤੋਂ ਬਚਾਅ ਹੋ ਜਾਵੇਗਾ। ਇਹ ਮਨ ਵਿੱਚ ਭਾਵਨਾ ਬਣਾ ਕੇ ਜਿਨ੍ਹਾਂ ਦਾ ਮਨ ਪਰਮੇਸ਼ਰ ਦੇ ਵੱਲ ਮੰਨ ਗਿਆ ਹੈ, ਜਿਹੜੇ ਦੁਸ਼ਟ ਝਾਖਾਂ ਮਾਰਦੇ ਸਨ ਬਾਰ-ਬਾਰ ਵਾਹਿਗੁਰੂ ਦੇ ਪਿਆਰੇ ਦੇ ਪ੍ਰਤੀ, ਮਹਾਰਾਜ ਕਹਿੰਦੇ ਸਾਰੇ ਦੁਸ਼ਟ ਉਹ ਝਾਖਾਂ ਮਾਰਨ ਵਾਲੇ ਪਰਮੇਸ਼ਰ ਨੇ ਮਾਰ ਦਿੱਤੇ ਹੈ। ਤਿੰਨਾਂ ਦਾ ਬਲ ਖਤਮ ਕਰ ਦਿੱਤਾ, ਮਿਟਾ ਦਿੱਤਾ, ਅਭਾਵ ਕਰ ਦਿੱਤਾ ਹੈ। ਜੋ ਵਾਹਿਗੁਰੂ ਦੇ ਪਿਆਰਿਆਂ ਦੇ ਪ੍ਰਤੀ ਬਾਰ-ਬਾਰ ਝਾਖਾਂ ਮਾਰਦੇ ਸਨ, ਨਿੰਦਿਆ ਕਰਦੇ ਸਨ ਜਾਂ ਫਿਰ ਮਾਰਨ ਦਾ ਯਤਨ ਕਰਦੇ ਸਨ, ਕੋਈ ਨਾ ਕੋਈ ਹੀਲਾ ਵਸੀਲਾ ਕਰਦੇ ਰਹਿੰਦੇ ਸਨ, ਪਰਮੇਸ਼ਰ ਨੇ ਤਿੰਨਾਂ ਦਾ ਬਲ ਜਿਹੜਾ ਸੀ ਨਾ ਮਾਰ ਹੀ ਦਿੱਤਾ, ਮੁਕਾ ਦਿੱਤਾ। ਤੇ ਜਿਹਦਾ ਬਲ ਖਤਮ ਹੋ ਜਾਵੇ ਸਤ ਸੰਗਤ ਜੀ ਕੁਝ ਵੀ ਉਹ ਯਤਨ ਨਹੀਂ ਕਰ ਸਕਦਾ। ਸਭ ਦੁਸ਼ਟ ਝਾਕ ਮਾਰਾ, ਜਿਹੜੇ ਝਾਖਾਂ ਮਾਰਦੇ ਸੀ ਨਾ ਪਰਮੇਸ਼ਰ ਨੇ ਸਭ ਦੁਸ਼ਟ ਦੁਸ਼ਟਾਈਆਂ ਕਰਨ ਵਾਲੇ ਸਭ ਨੂੰ ਮਾਰ ਦਿੱਤਾ ਹੈ। ਔਰ ਪ੍ਰਤੱਖ ਵੀ ਜਿਹੜੇ ਸਾਧ ਸੰਗਤ ਜੀ ਦੁਸ਼ਟਾਂ ਦੀ ਤਰ੍ਹਾਂ ਦੁੱਖ ਦਿੰਦੇ ਆ ਨਾ ਵਾਹਿਗੁਰੂ ਦੇ ਪਿਆਰਿਆਂ ਨੂੰ, ਪਰਮੇਸ਼ਰ ਆਪ ਉਹ ਆਪਣੇ ਪਿਆਰਿਆਂ ਦੀ ਰੱਖਿਆ ਕਰਨ ਵਾਸਤੇ ਦੁਸ਼ਟਾਂ ਦਾ ਸੰਘਾਰ ਕਰਦਾ ਹੈ। ਆਪ ਪਰਮੇਸ਼ਰ ਕਿਰਪਾ ਕਰਕੇ ਆਪਣੇ ਪਿਆਰਿਆਂ ਦੀ ਲੱਜ ਪੱਤ ਰੱਖਦਾ ਹੈ, ਦੁਸ਼ਟਾਂ ਦਾ ਸੰਘਾਰ ਕਰ ਦਿੰਦਾ। ਤੇ ਜਿਹੜੇ ਪੰਜ ਵਿਕਾਰ ਦੁਸ਼ਟਾਂ ਦੀ ਤਰ੍ਹਾਂ ਬਾਰ-ਬਾਰ ਜੀਵ ਨੂੰ ਦੁੱਖ ਦਿੰਦੇ ਆ ਨਾ, ਬਾਰ-ਬਾਰ ਝਾਖਾਂ ਮਾਰਦੇ, ਕਦੇ ਕੋਈ ਆ ਕਰਕੇ ਜੀਵ ਨੂੰ ਆਪਣੇ ਵਸ ਵਿੱਚ ਕਰ ਲੈਂਦਾ, ਕਦੇ ਕਾਮ, ਕਦੇ ਕ੍ਰੋਧ, ਕਦੇ ਲੋਭ, ਕਦੇ ਮੋਹ ਤੇ ਕਦੇ ਹੰਕਾਰ, ਈਰਖਾ, ਦਵੈਸ਼, ਇਹ ਕਿੰਨੇ ਜਿਹੜੇ ਔਗਣ ਹਨ। ਇਹ ਵਿਕਾਰਾਂ ਰੂਪੀ ਦੁਸ਼ਟ ਜੀਵ ਨੂੰ ਬਾਰ-ਬਾਰ ਦੁਖੀ ਕਰਦੇ ਹੈ। ਪ੍ਰਮਾਤਮਾ ਜੇ ਕਿਰਪਾ ਕਰੇ, ਅਕਾਲ ਪੁਰਖ ਵਾਹਿਗੁਰੂ ਜੀਵ ਦੀ ਰੱਖਿਆ ਕਰੇ, ਤੇ ਇਹਨਾਂ ਝਾਖਾਂ ਮਾਰਨ ਵਾਲੇ ਵਿਕਾਰਾਂ ਔਗਣਾਂ ਰੂਪੀ ਦੁਸ਼ਟਾਂ ਨੂੰ ਵੀ ਸਾਧ ਸੰਗਤ ਜੀ ਮਾਰ ਦਿੰਦਾ, ਉਹਨਾਂ ਦਾ ਬਲ ਖਤਮ ਕਰ ਦਿੰਦਾ ਹੈ। ਇਸ ਲਈ ਹਜੂਰ ਨੇ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਦਾ ਮਨ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਮੰਨ ਗਿਆ, ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਿਆ, ਸਭ ਦੁਸ਼ਟ ਝਾਕ ਮਾਰਾ, ਤੇ ਇਹਨਾਂ ਦੇ ਸਭ ਦੁਸ਼ਟਾਂ ਨੂੰ, ਦੁਸ਼ਮਣਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਮਾਰ ਦਿੱਤਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਧਿਆਨ ਧਾਰਨ ਕੀਤਾ ਹੈ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਬੜੇ ਪਿਆਰ ਦੇ ਸਹਿਤ ਧਿਆਨ ਧਾਰਨ ਕੀਤਾ, ਵਾਹਿਗੁਰੂ ਦੇ ਨਾਮ ਨੂੰ ਹੀ ਧਿਆਇਆ ਹੈ, ਤੇ ਉਹਨਾਂ ਦਾ ਰੱਖਿਆ ਕਰਨ ਵਾਲਾ ਪਰਮੇਸ਼ਰ ਆਪ ਹੋ ਗਿਆ। ਕੋਈ ਵੀ ਔਕੜ ਦਾ ਸਮਾਂ ਬਣਦਾ ਹੈ, ਹਰ ਸਮੇਂ ਪਰਮੇਸ਼ਰ ਆਪ ਕਿਰਪਾ ਕਰਕੇ ਤਿੰਨਾਂ ਦੀ ਰੱਖਿਆ ਕਰਦਾ ਹੈ।
ਜ਼ਿੰਦਗੀ ਵਿੱਚ ਕੋਈ ਵੀ ਭਾਵੇਂ ਮੁਸੀਬਤ ਬਣ ਜਾਂਦੀ ਹੈ, ਕੋਈ ਔਕੜ ਦਾ ਸਮਾਂ ਬਣ ਜਾਂਦਾ ਹੈ, ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰਕੇ ਤਿਨਾਂ ਦੀ ਰੱਖਿਆ ਕਰਦਾ ਹੈ। ਹਰ ਰੱਖਣ ਵਾਲਾ ਹਰੀ ਪਰਮੇਸ਼ਰ ਰੱਖਿਆ ਕਰਨ ਵਾਲਾ ਬਣ ਜਾਂਦਾ ਹੈ, ਤਿਨਾਂ ਦਾ ਰੱਖਿਅਕ ਬਣ ਜਾਂਦਾ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਪਿਆਰ ਬਣ ਜਾਂਦਾ ਹੈ, ਜੋ ਇਕਜਿੱਤ ਹੋ ਕੇ ਪਰਮੇਸ਼ਰ ਦਾ ਨਾਮ ਧਿਆਉਂਦੇ ਹਨ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ, ਗੁਰਸਿੱਖੋ, ਯੁੱਗਾਂ ਯੁੱਗਾਂ ਦੇ ਵਿੱਚ ਪ੍ਰਮਾਤਮਾ ਨੇ ਆਪਣੇ ਭਗਤ ਪੈਦਾ ਕੀਤੇ ਹੈ। ਭਾਵੇਂ ਸਤਿਯੁਗ ਸੀ, ਚਾਹੇ ਤ੍ਰੇਤਾ ਸੀ, ਚਾਹੇ ਦੁਆਪਰ ਸੀ, ਜਾਂ ਫਿਰ ਹੁਣ ਕਲਯੁਗ ਦਾ ਭਿਆਨਕ ਸਮਾਂ ਹੈ। ਯੁੱਗਾਂ ਯੁੱਗਾਂ ਵਿੱਚ ਪ੍ਰਮਾਤਮਾ ਨੇ ਆਪਣੇ ਭਗਤਾਂ ਨੂੰ ਪੈਦਾ ਕੀਤਾ ਹੈ। ਅਕਾਲ ਪੁਰਖ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਸੰਸਾਰ ਦੇ ਅੰਦਰ ਭਗਤ ਹਨ। ਤੇ ਤਿੰਨਾਂ ਭਗਤਾਂ ਦੀ ਪੈਜ ਪਤ ਇੱਜ਼ਤ ਰੱਖਦਾ ਵੀ ਪਰਮੇਸ਼ਰ ਆਪ ਆ ਰਿਹਾ ਹੈ। ਭਾਵੇਂ ਸਤਿਯੁਗ ਦਾ ਸਮਾਂ, ਭਾਵੇਂ ਤ੍ਰੇਤਾ ਦੁਆਪਰ ਜਾਂ ਫਿਰ ਕਲਯੁਗ ਦਾ ਸਮਾਂ ਹੈ, ਹਰ ਸਮੇਂ ਪ੍ਰਮਾਤਮਾ ਨੇ ਆਪਣੇ ਭਗਤਾਂ ਦੀ ਪੈਜ ਪਤ ਇੱਜ਼ਤ ਰੱਖੀ ਹੈ। ਸਭ ਥਾਵਾਂ ਤੇ ਵਾਹਿਗੁਰੂ ਆਪ ਕਿਰਪਾ ਕਰਕੇ ਰੱਖਿਆ ਕਰਦਾ ਆ ਰਿਹਾ ਹੈ। ਹਜੂਰ ਦਾ ਬਚਨ ਹੈ ਗੁਰਬਾਣੀ ਅੰਦਰ ਕਿ ਪ੍ਰਮਾਤਮਾ ਨੇ ਆਪਣੇ ਪਿਆਰੇ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕਰਨ ਵਾਸਤੇ, ਹਰਨਾਕਸ਼ ਦਾ ਸੰਘਾਰ ਕਰਨ ਵਾਸਤੇ ਨਰਸਿੰਘ ਦਾ ਰੂਪ ਧਾਰਨ ਕੀਤਾ। ਔਰ ਸਾਧ ਸੰਗਤ ਜੀ, ਭਾਵੇਂ ਸਾਰੇ ਵਰਦਾਨ ਵੀ ਪ੍ਰਾਪਤ ਕੀਤੇ ਹੋਏ ਸੀ ਨਾ, ਸਾਰੇ ਵਰ ਜਿਹੜੇ ਉਹ ਵੀ ਪੂਰੇ ਕਰਦੇ ਹੋਏ ਪ੍ਰਮਾਤਮਾ ਨੇ ਆਪਣੇ ਭਗਤ ਦੀ ਲੱਜਿਆ ਰੱਖਣਾ ਕੀਤੀ ਹੈ। ਗਰੀਬ ਨਵਾਜ ਹਜੂਰ ਕਹਿੰਦੇ ਹਨ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਆਰਾਮ ਰਾਜੇ। ਇਹ ਪਰਮੇਸ਼ਰ ਦੇ ਪਿਆਰੇ ਜਿਹਨੂੰ ਆਪਣੇ ਭਗਤਾਂ ਦੀ ਲੱਜਿਆ ਰੱਖਦਾ ਆ ਰਿਹਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤਾ, ਕਹਿੰਦੇ ਹਨ ਕਿ ਕੱਲਰੀ ਜ਼ਮੀਨ ਦੇ ਵੀ ਸਾਧ ਸੰਗਤ ਜੀ ਕੁਝ ਪੈਦਾ ਨਹੀਂ ਹੋ ਸਕਦਾ। ਕੱਲਰੀ ਜ਼ਮੀਨ ਹੋਵੇ ਨਾ, ਇਹ ਸੰਸਾਰ ਦੇ ਲੋਕ ਕਹਿੰਦੇ ਕਿ ਉਹਦੇ ਵਿੱਚ ਕੋਈ ਪੈਦਾ ਨਹੀਂ ਹੋ ਸਕਦਾ, ਪਰ ਜੇ ਪ੍ਰਮਾਤਮਾ ਚਾਹੇ ਤਾਂ ਉਹ ਪੱਥਰਾਂ ਦੇ ਵਿੱਚ ਵੀ ਸਾਧ ਸੰਗਤ ਜੀ ਰੁੱਖ ਪੈਦਾ ਕਰ ਦਿੰਦਾ। ਕੱਲਰੀ ਜ਼ਮੀਨ ਤਾਂ ਬੜੀ ਦੂਰ ਦੀ ਗੱਲ ਹੈ। ਕੱਲਰ ਦੇ ਵਿੱਚ ਵੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਪੈਦਾਇਸ਼ ਕਰ ਦਿੰਦਾ। ਤੇ ਕੱਲਰ ਦੀ ਤਰ੍ਹਾਂ ਹਰਨਾਕਸ਼ ਦੁਸ਼ਟ ਦੇ ਘਰ ਵਿੱਚ ਪ੍ਰਮਾਤਮਾ ਨੇ ਆਪਣਾ ਪਿਆਰਾ ਭਗਤ ਪ੍ਰਹਿਲਾਦ ਨੂੰ ਪੈਦਾ ਕਰ ਦਿੱਤਾ ਸੀਗਾ। ਔਰ ਹਜੂਰ ਕਹਿੰਦੇ ਹਨ, ਭਾਵੇਂ ਸਤਿਯੁਗ ਚਾਹੇ ਕੋਈ ਵੀ ਯੁੱਗ ਹੈ, ਵਾਹਿਗੁਰੂ ਆਪਣੇ ਪਿਆਰੇ ਭਗਤਾਂ ਨੂੰ ਪੈਦਾ ਕਰਕੇ ਉਹਨਾਂ ਦੀ ਲੱਜਿਆ ਰੱਖਦਾ ਆ ਰਿਹਾ ਹੈ। ਤੇ ਹਰਨਾਕਸ਼ ਦੁਸ਼ਟ ਨੂੰ ਮਾਰਿਆ ਪ੍ਰਮਾਤਮਾ ਨੇ ਨਰਸਿੰਘ ਦਾ ਰੂਪ ਧਾਰਨ ਕਰਕੇ। ਜਦੋਂ ਸਭ ਥਾਵਾਂ ਤੇ ਆਪਣਾ ਹੀ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ ਸੀ। ਜਲੇ ਹਰਨਾਕਸ਼ ਥਲੇ ਹਰਨਾਕਸ਼, ਹੈ ਭੀ ਹਰਨਾਕਸ਼, ਹੋਸੀ ਭੀ ਹਰਨਾਕਸ਼, ਈਹਾ ਹਰਨਾਕਸ਼ ਊਹਾ ਹਰਨਾਕਸ਼। ਜਿੱਥੇ ਵੀ ਕਿਤੇ ਕਹਿੰਦਾ ਕਿ ਹਰਨਾਕਸ਼ ਦਾ ਹੀ ਨਾਮ ਜਪਿਆ ਜਾਵੇ। ਮਨ ਵਿੱਚ ਹੰਕਾਰ ਸੀ ਕਿ ਮੈਨੂੰ ਕੋਈ ਮਾਰ ਨਹੀਂ ਸਕਦਾ, ਨਾ ਅੰਦਰ ਮਰਾ, ਨਾ ਬਾਹਰ ਮਰਾ, ਨਾ ਧਰਤੀ ਨਾ ਆਕਾਸ਼ ਮਰਾ, ਨਾ ਕੋਈ ਸ਼ਸਤਰ ਜਾਤੀ, ਨਾ ਕੋਈ ਦੇਵੀ ਦੇਵਤਾ, ਕੋਈ ਦੈਂਤ ਮਨੁੱਖ ਜਾਤੀ, ਕੋਈ ਵੀ ਮੈਨੂੰ ਮਾਰ ਨਾ ਸਕੇ। ਇਹ ਵਰਦਾਨ ਪ੍ਰਾਪਤ ਕੀਤਾ ਹੋਇਆ ਸੀ। ਪਰ ਜੇ ਪਰਮੇਸ਼ਰ ਨੂੰ ਨਹੀਂ ਨਾ ਪਾਇਆ, ਸਾਧ ਸੰਗਤ ਜੀ ਸਾਰੇ ਵਰ ਵੀ ਪੂਰੇ ਕਰ ਦਿੱਤੇ। ਨਾ ਦੇਵੀ ਨੇ ਦੈਂਤ ਨੇ ਮਾਰਿਆ, ਨਾ ਦੇਵਤੇ ਨੇ ਮਾਰਿਆ, ਨਾ ਕੱਲਾ ਮਨੁੱਖ ਸੀਗਾ, ਨਾ ਦਿਨ ਸੀ, ਨਾ ਰਾਤ ਸੀ, ਨਾ ਅੰਦਰ ਨਾ ਬਾਹਰ ਸੀ। ਐਨ ਦਰਵਾਜ਼ੇ ਦੇ ਵਿੱਚ ਲਿਆ ਕਰਕੇ ਸ਼ੁਭਦੇ ਹੋਏ ਸੂਰਜ ਦੇ ਨਾਲ ਨਰਸਿੰਘ ਦਾ ਰੂਪ ਧਾਰਨ ਕਰਕੇ, ਨਾ ਸ਼ਸਤਰ ਦੇ ਨਾਲ ਮਾਰਿਆ, ਨੋਹਾਂ ਦੇ ਨਾਲ ਪਾੜ ਕਰਕੇ ਸੰਘਾਰ ਕਰ ਦਿੱਤਾ ਸੀ। ਇਸ ਲਈ ਹਜੂਰ ਨੇ ਉਚਾਰਨ ਕੀਤਾ, ਹਰਨਾਕਸ਼ ਦੁਸ਼ਟ ਹਰ ਮਾਰਿਆ। ਹਰੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੇ ਆਪਣੇ ਭਗਤ ਦੀ ਲੱਜਿਆ ਰੱਖਣ ਦੇ ਵਾਸਤੇ ਹਰਨਾਕਸ਼ ਦਾ ਸੰਘਾਰ ਕੀਤਾ, ਆਪਣੇ ਪਿਆਰੇ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ ਹੈ। ਤੇ ਭਗਤ ਪ੍ਰਹਿਲਾਦ ਜੀ ਨੂੰ ਕਿਰਪਾ ਕਰਕੇ ਰੱਖਿਆ ਕੀਤੀ ਹੈ, ਤਿਨਾਂ ਨੂੰ ਤਰਾ ਦਿੱਤਾ, ਭਵ ਸਾਗਰ ਵਿੱਚ ਡੁੱਬਣ ਤੋਂ ਬਚਾਇਆ ਹੈ। ਜੇ ਪਰਮੇਸ਼ਰ ਦਾ ਨਾਮ ਜਪਣਾ ਨਹੀਂ ਨਾ ਛੱਡਿਆ ਤੇ ਪ੍ਰਮਾਤਮਾ ਨੇ ਆਪ ਕਿਰਪਾ ਕਰਕੇ ਰੱਖਿਆ ਕੀਤੀ ਹੈ। ਕਿੰਨਾ ਯਤਨ ਕੀਤਾ ਸੀ ਮਾਰਨ ਦੇ ਲਈ। ਜਲ ਅਗਨੀ ਵਿੱਚ ਕੱਤਿਆ, ਜਲ ਨਾ ਡੂਬੈ ਗੁਰ ਪ੍ਰਸਾਦ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਪਾਣੀ ਵਿੱਚ ਡੁੱਬਣ ਦਾ ਯਤਨ ਕੀਤਾ, ਫਿਰ ਅੱਗ ਵਿੱਚ ਸਾੜ ਕੇ ਮਾਰਨ ਦਾ ਯਤਨ ਕੀਤਾ, ਪਹਾੜਾਂ ਤੋਂ ਉੱਚੇ ਉੱਚੇ ਪਹਾੜਾਂ ਤੋਂ ਸੁੱਟ ਕੇ ਮਾਰਨ ਦਾ ਯਤਨ ਕੀਤਾ ਸੀ,
ਪਰ ਸਾਰੇ ਕੀਤੇ ਹੋਏ ਯਤਨ ਨਾ ਕਾਮਯਾਬ ਰਹੇ ਹੈ। ਕੋਈ ਵੀ ਯਤਨ ਦੇ ਵਿੱਚ ਸਫਲਤਾ ਨਹੀਂ ਪ੍ਰਾਪਤ ਹੋਈ, ਕਿਉਂਕਿ ਪ੍ਰਮਾਤਮਾ ਜਿਨ੍ਹਾਂ ਦੀ ਰੱਖਿਆ ਕਰਦਾ ਹੈ ਨਾ, ਉਹਨੂੰ ਕੌਣ ਮਾਰ ਸਕਦਾ ਹੈ। ਜੇ ਅਕਾਲ ਪੁਰਖ ਵਾਹਿਗੁਰੂ ਜੀਵ ਦੀ ਰੱਖਿਆ ਕਰਨੀ ਚਾਹੇ, ਉਹਨੂੰ ਕੋਈ ਮਾਰ ਨਹੀਂ ਸਕਦਾ। ਤੇ ਮਹਾਰਾਜ ਕਹਿੰਦੇ ਪ੍ਰਹਿਲਾਦ ਤਰਾਇਆ, ਹਰਨਾਕਸ਼ ਦਾ ਸੰਘਾਰ ਕਰਕੇ ਵਾਹਿਗੁਰੂ ਨੇ ਆਪਣੇ ਪਿਆਰੇ ਭਗਤ ਪ੍ਰਹਿਲਾਦ ਜੀ ਨੇ ਰੱਖਿਆ ਕੀਤੀ ਹੈ। ਤੇ ਜਿਹੜੇ ਜੀਵ ਹੰਕਾਰੀ ਹੈ ਨਾ, ਮਨ ਵਿੱਚ ਹੰਕਾਰ ਕਰਦੇ ਹੈ, ਤੇ ਜਾਂ ਫਿਰ ਨਿੰਦਕ ਹਨ, ਤਿਨਾਂ ਦੇ ਵੱਲ ਪਰਮਾਤਮਾ ਦੀ ਪਿੱਠ ਹੋ ਜਾਂਦੀ ਹੈ। ਜਿਹੜੇ ਹੰਕਾਰੀ ਜੀਵ ਹੁੰਦੇ ਹੈ, ਜਿਵੇਂ ਸਾਧ ਸੰਗਤ ਜੀ ਖੱਤਰੀਆਂ ਨੇ ਹੰਕਾਰ ਕੀਤਾ ਸੀ ਵੇਦਾਂ ਪੜ੍ਹ ਕਰਕੇ, ਤੇ ਜਿਹੜੇ ਕੋਈ ਪਾਂਡੇ ਲੋਕ ਸਨ ਤਿਨਾਂ ਨੇ ਨਿੰਦਿਆ ਕੀਤੀ ਹੈ ਭਗਤ ਨਾਮਦੇਵ ਜੀ ਦੀ, ਤੇ ਪ੍ਰਮਾਤਮਾ ਨੇ ਤਿਨਾਂ ਦੇ ਵੱਲ ਪਿੱਠ ਕਰ ਲਈ, ਆਪਣੇ ਭਗਤ ਦੀ ਲੱਜਿਆ ਰੱਖਣ ਦੇ ਵਾਸਤੇ ਮੁੱਖ ਕਰ ਲੈਣਾ ਕੀਤਾ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਮਹਾਰਾਜ ਕਹਿੰਦੇ ਹੰਕਾਰੀਆਂ ਤੇ ਨਿੰਦਕਾਂ ਦੇ ਵੱਲ ਪਰਮੇਸ਼ਰ ਦੀ ਪਿੱਠ ਹੋ ਜਾਂਦੀ ਹੈ। ਨਾਮ ਦਿਓ ਮੁਖ ਲਾਇਆ, ਜਿਹੜੇ ਨਾਮ ਜਪਦੇ ਆ ਨਾ, ਉਹਨਾਂ ਦੇ ਵੱਲ ਪਰਮਾਤਮਾ ਦਾ ਮੁੱਖ ਹੋ ਜਾਂਦਾ ਹੈ। ਤੇ ਨਾਮ ਦਿਓ ਪ੍ਰਤੱਖ ਵੀ ਭਗਤ ਨਾਮਦੇਵ ਜੀ ਦੇ ਵੱਲ ਪਰਮਾਤਮਾ ਦਾ ਮੁੱਖ ਹੋ ਗਿਆ ਸੀ। ਸਾਧ ਸੰਗਤ ਜੀ, ਆਪ ਨੇ ਦਰਸ਼ਨ ਕੀਤੇ ਹੋਣਗੇ ਭਗਤ ਨਾਮਦੇਵ ਜੀ ਦੇ ਦਿਉਰੇ ਦੇ। ਔਂਡਾ ਸ਼ਹਿਰ ਹੈ, ਇੱਥੋਂ ਲਗਭਗ 60-70 ਕਿਲੋ ਦੀ ਵਾਟ ਦੇ ਕਿਲੋਮੀਟਰ ਦੀ ਦੂਰੀ ਤੇ ਹੈ, ਜਿੱਥੇ ਪ੍ਰਮਾਤਮਾ ਨੇ ਆਪਣੇ ਭਗਤ ਦੀ ਲੱਜਿਆ ਰੱਖਣ ਦੇ ਵਾਸਤੇ ਦਿਉਰਾ, ਉਹ ਮੰਦਰ ਦਾ ਸਾਧ ਸੰਗਤ ਜੀ ਸਾਰਾ ਮੰਦਰ ਹੀ ਘੁਮਾ ਦਿੱਤਾ ਸੀਗਾ। ਇੱਕ ਵਾਰ ਭਗਤ ਨਾਮਦੇਵ ਜੀ ਹੱਥਾਂ ਵਿੱਚ ਛੈਣੇ ਲੈ ਕੇ ਤੇ ਮੰਦਰ ਵਿੱਚ ਪਰਮਾਤਮਾ ਦਾ ਜਸ ਕਰਨ ਦੇ ਵਾਸਤੇ ਆਏ। ਜਿਹੜੇ ਕੋ ਪਾਂਡੇ ਬ੍ਰਾਹਮਣ ਲੋਕ ਸਨ, ਤਿਨਾਂ ਨੇ ਭਗਤ ਜੀ ਨੂੰ ਨੀਵੀਂ ਜਾਤ ਦਾ ਜਾਣ ਕਰਕੇ ਸਾਧ ਸੰਗਤ ਜੀ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀਗਾ ਕਿ ਤੂੰ ਸ਼ੂਦਰ ਹੈ, ਤੂੰ ਸਾਡੇ ਵਿੱਚ ਬੈਠ ਕੇ ਪ੍ਰਮਾਤਮਾ ਦੀ ਭਗਤੀ ਨਹੀਂ ਕਰ ਸਕਦਾ, ਪ੍ਰਮਾਤਮਾ ਦੀ ਆਰਤੀ ਨਹੀਂ ਉਤਾਰ ਸਕਦਾ, ਰੱਬ ਦਾ ਜਸ ਨਹੀਂ ਗਾ ਸਕਦਾ। ਨੀਵੀਂ ਜਾਤ ਜਾਣ ਕਰਕੇ, ਸ਼ੂਦਰ ਜਾਣ ਕੇ ਭਗਤ ਧੱਕੇ ਮਾਰ ਕਰਕੇ ਬਾਹਰ ਕੱਢ ਦਿੱਤਾ ਸੀ। ਤੇ ਫਿਰ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਭਿੱਜੇ ਹੋਏ, ਨੇਤਰਾਂ ਵਿੱਚੋਂ ਜਲ ਵਗ ਰਿਹਾ, ਵੈਰਾਗ ਦੇ ਵਿੱਚ ਆ ਕਰਕੇ ਪਿਛਲੇ ਪਾਸੇ ਮੰਦਰ ਦੇ ਜਾ ਕੇ ਬੈਠ ਗਏ ਸਨ। ਤੇ ਸਾਧ ਸੰਗਤ ਜੀ, ਉਸ ਸਮੇਂ ਪ੍ਰਮਾਤਮਾ ਨੇ ਆਪ ਐਸਾ ਵੈਰਾਟ ਸਰੂਪ ਧਾਰਨ ਕੀਤਾ ਹੈ, ਆਪਣੀਆਂ ਭੁਜਾਵਾਂ ਵਿੱਚ ਲੈ ਕਰਕੇ ਨਾ ਮੰਦਰ ਦਾ ਮੂੰਹ ਹੀ ਸਾਰਾ ਘੁਮਾ ਦਿੱਤਾ, ਭਗਤ ਨਾਮਦੇਵ ਜੀ ਦੇ ਵੱਲ ਕਰ ਦਿੱਤਾ ਸੀ। ਤੇ ਜਿਹੜੇ ਕੋਈ ਈਰਖਾਲੂ ਪਾਂਡੇ ਸਨ, ਤਿਨਾਂ ਨੇ ਫਿਰ ਚਰਨਾਂ ਤੇ ਝੁਕ ਕਰਕੇ ਨਮਸਕਾਰਾਂ ਕੀਤੀਆਂ ਕਿ ਸਾਡੇ ਤੋਂ ਭੁੱਲ ਹੋ ਗਈ ਹੈ। ਗੁਰਬਾਣੀ ਵਿੱਚ ਮਹਾਰਾਜ ਸਾਹਿਬ ਜੀ ਨੇ ਇਹ ਸ਼ਬਦ ਦਰਜ ਕੀਤਾ ਹੈ, ਜੋ ਭਗਤ ਨਾਮਦੇਵ ਜੀ ਨੇ ਉਚਾਰਨ ਕੀਤਾ ਸੀ। ਵੈਰਾਗ ਵਿੱਚ ਆ ਕਰਕੇ ਹੀ ਮਹਾਰਾਜ ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਮਹਾਰਾਜ, ਮੈਂ ਤਾਂ ਤੇਰੇ ਦਰ ਤੇ ਆਇਆ ਸੀ ਭਗਤੀ ਕਰਨ ਦੇ ਵਾਸਤੇ, ਤੇਰੇ ਪਿਆਰ ਦੇ ਵਿੱਚ ਭਿੱਜਾ ਹੋਇਆ ਪ੍ਰਮਾਤਮਾ ਤੇਰਾ ਜਸ ਗਾਉਣ ਵਾਸਤੇ ਆਇਆ ਸਾਂ। ਪਰ ਦੇਖ, ਮੈਨੂੰ ਸ਼ੂਦਰ ਜਾਣ ਕਰਕੇ, ਨੀਵੀਂ ਜਾਤ ਦਾ ਜਾਣ ਕਰਕੇ ਮਹਾਰਾਜ ਮੈਨੂੰ ਪਕੜ ਕਰਕੇ ਬਾਹਰ ਸੁੱਟ ਦਿੱਤਾ ਹੈ, ਮੈਨੂੰ ਜਸ ਵੀ ਨਹੀਂ ਕਰਨ ਦਿੱਤਾ। ਭਗਤ ਕਰਤ ਨਾਮਾ ਪਕੜ ਉਠਾਇਆ, ਹੀਨੜੀ ਜਾਤ ਮੇਰੀ ਜਾਤ ਮਿਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ। ਮਹਾਰਾਜ ਜੀ, ਮੇਰੇ ਨਾਲ ਇੱਦਾਂ ਦਾ ਵਿਵਹਾਰ ਹੋਣਾ ਸੀ ਤੇ ਮੈਨੂੰ ਨੀਵੀਂ ਜਾਤ ਦੇ ਵੀ ਜਨਮ ਕਿਉਂ ਦਿੱਤਾ? ਇੱਕ ਤਾਂ ਮੈਨੂੰ ਪ੍ਰੇਮਾ ਭਗਤੀ ਦੀ ਦਾਤ ਬਖਸ਼ੀ ਹੈ, ਮਹਾਰਾਜ ਮੈਂ ਤੇਰੀ ਭਗਤੀ ਕਰਦਾ, ਪਰਮੇਸ਼ਰ ਆਪ ਜੀ ਦਾ ਜਸ ਗਾਉਂਦਾ, ਤੇ ਮੈਨੂੰ ਨੀਵੀਂ ਜਾਤ ਦੇ ਵਿੱਚ ਕਿਉਂ ਜਨਮ ਦਿੱਤਾ ਜੇ ਇੱਦਾਂ ਦਾ ਮੇਰੇ ਨਾਲ ਵਿਵਹਾਰ ਹੋਣਾ ਸੀਗਾ। ਔਰ ਇਸ ਪ੍ਰਕਾਰ ਲੈ ਕਮਲੀ ਚੱਲਿਓ ਪਲਟਾਏ, ਦੇਰ ਪਾਸੈ ਪਾਛੈ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕਉ ਦੇਹੁਰਾ ਫੇਰੈ। ਸਾਧ ਸੰਗਤ ਜੀ, ਦੇਹੁਰਾ ਹੀ ਘੁਮਾ ਦਿੱਤਾ ਪਰਮਾਤਮਾ ਨੇ। ਜਦੋਂ ਐਸਾ ਹੋਇਆ ਤੇ ਫਿਰ ਇਹ ਸੁਭਾਵਿਕ ਹੀ ਹੈ, ਬੜੇ ਬੜਿਆਂ ਦੇ ਮਨ ਦੇ ਵਿੱਚ ਹਉਮੈ ਪੈਦਾ ਹੋ ਜਾਂਦੀ ਹੈ। ਜੇਕਰ ਆਉਂਦਾ ਭਗਤ ਨਾਮਦੇਵ ਜੀ ਦੇ ਜੀਵਨ ਦੇ ਅੰਦਰ ਕਿ ਸੂਖਮ ਜੀ ਮਨ ਵਿੱਚ ਹਉਮੈ ਆ ਗਈ ਕਿ ਦੇਖੋ ਪ੍ਰਮਾਤਮਾ ਮੇਰੇ ਕਾਰਜ ਕਰਨ ਵਾਸਤੇ ਆਪ ਆਇਆ, ਮੇਰੀ ਰੱਖਿਆ ਕਰਨ ਵਾਸਤੇ, ਪਦ ਇੱਜ਼ਤ ਰੱਖਣ ਦੇ ਵਾਸਤੇ ਆਪ ਵੈਰਾਟ ਸਰੂਪ ਧਾਰਨ ਕਰਕੇ ਆਇਆ, ਤੇ ਮੰਦਰ ਦਾ ਜਿਹੜਾ ਦਿਉਰਾ ਸੀ ਸਾਰਾ ਹੀ ਫੇਰ ਦਿੱਤਾ। ਜਦੋਂ ਇਹ ਮਨ ਦੇ ਵਿੱਚ ਕਰਦੇ ਹੋ ਜਾ ਰਹੇ ਸਾਧ ਸੰਗਤ ਜੀ, ਉਸ ਸਮੇਂ ਹਉਮੈ ਮਿਟਣ ਦੇ ਵਾਸਤੇ ਪ੍ਰਮਾਤਮਾ ਆਪ ਕਿਰਪਾ ਕਰਕੇ ਆਪਣੇ ਪਿਆਰਿਆਂ ਦੀ ਲੱਜਿਆ ਰੱਖਦਾ ਹੈ। ਗਰੀਬ ਨਵਾਜ
ਹਜੂਰ ਕਹਿੰਦੇ ਹਨ ਕੋਈ ਨਾ ਕੋਈ ਵਿਧ ਐਸੀ ਬਣਾ ਦਿੰਦਾ ਹੈ, ਆਪਣੇ ਪਿਆਰਿਆਂ ਦੇ ਹਿਰਦੇ ਹਉਮੈ ਨੂੰ ਦੂਰ ਕਰਨ ਦੇ ਵਾਸਤੇ ਐਸੀ ਕੋਈ ਨਾ ਕੋਈ ਘਟਨਾ ਘਟਾ ਦੇਣਾ ਕਰਦਾ ਹੈ। ਇੱਦਾਂ ਦੀ ਵਿਧ ਬਣਾ ਦਿੰਦਾ ਹੈ ਕਿ ਜਿਸ ਕਰਕੇ ਦੁਬਾਰਾ ਕਦੇ ਵੀ ਮਨ ਦੇ ਵਿੱਚ ਹਉਮੈ ਪੈਦਾ ਨਹੀਂ ਹੁੰਦੀ, ਦੁਬਾਰਾ ਕਦਾਚਿਤ ਵੀ ਮਨ ਦੇ ਵਿੱਚ ਹੰਕਾਰ ਨਹੀਂ ਪੈਦਾ ਹੋਣਾ ਕਰਦਾ। ਔਰ ਇਹੋ ਹਜੂਰ ਨੇ ਬਖਸ਼ਿਸ਼ ਕੀਤੀ ਹੈ ਕਿ ਜਿਹੜੇ ਹੰਕਾਰੀ ਜੀਵ ਹਨ ਤੇ ਨਿੰਦਕ ਹਨ, ਤਿਨਾਂ ਦੇ ਵੱਲ ਪਰਮਾਤਮਾ ਦੀ ਪਿੱਠ ਹੋ ਜਾਂਦੀ ਹੈ। ਇਸ ਲਈ ਸਾਧ ਸੰਗਤ ਜੀ ਕਦੇ ਵੀ ਮਨ ਵਿੱਚ ਹੰਕਾਰ ਨਹੀਂ ਕਰਨਾ ਚਾਹੀਦਾ ਹੈ, ਕਦੇ ਵੀ ਮਨ ਦੇ ਵਿੱਚ ਹੰਕਾਰ ਧਾਰਨ ਕਰਕੇ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਔਰ ਨਿੰਦਕ ਬੰਦਾ ਸਤਿਗੁਰੂ ਜੀ ਤੋਂ ਬੇਮੁਖ ਹੋ ਜਾਂਦਾ ਹੈ, ਭਾਵੇਂ ਕਿੰਨਾ ਵੀ ਨਜ਼ਦੀਕ ਰਹਿੰਦਾ ਹੋਵੇ ਨਾ, ਪਰ ਹਿਰਦੇ ਕਰਕੇ ਸਤਿਗੁਰੂ ਜੀ ਤੋਂ ਬਹੁਤ ਦੂਰ ਚਲਾ ਜਾਂਦਾ ਹੈ, ਬੜਾ ਦੂਰੀ ਤੇ ਚਲਾ ਜਾਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬੇਮੁਖ ਹੋ ਜਾਂਦਾ ਹੈ। ਹੰਕਾਰੀ ਬੰਦਾ ਵੀ, ਕਿਉਂਕਿ ਪਰਮੇਸ਼ਰ ਨੂੰ ਹੰਕਾਰ ਭਾਉਂਦਾ ਹੀ ਨਹੀਂ ਹੈ। ਹਰ ਜੀਓ ਅਹੰਕਾਰ ਨਾ ਭਾਵੈ, ਪਰਮੇਸ਼ਰ ਨੂੰ ਹੰਕਾਰ ਨਹੀਂ ਭਾਉਂਦਾ। ਔਰ ਨਿੰਦਿਆ ਕਰਨ ਵਾਲਾ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰੂ ਜੀ ਤੋਂ ਬੇਮੁਖ ਹੋ ਜਾਂਦਾ ਹੈ। ਨਾਮ ਦਿਓ ਮੁਖ ਲਾਇਆ। ਤੇ ਜਿਹੜੇ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਦੇ ਹਨ, ਭਗਤ ਨਾਮਦੇਵ ਜੀ ਵਰਗੇ, ਤਿੰਨਾਂ ਦੇ ਵੱਲ ਪਰਮੇਸ਼ਰ ਦਾ ਮੁਖ ਹੋ ਜਾਂਦਾ ਹੈ। ਫਿਰ ਵਾਹਿਗੁਰੂ ਆਪ ਕਿਰਪਾ ਕਰਕੇ ਰੱਖਿਆ ਕਰਦਾ ਹੈ। ਜਨ ਨਾਨਕ ਐਸਾ ਹਰ ਸੇਵਿਆ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ, ਜਨ ਨਾਨਕ ਐਸਾ ਹਰ ਸੇਵਿਆ, ਜਿਨ੍ਹਾਂ ਨੇ ਐਸੇ ਹਰੀ ਪਰਮੇਸ਼ਰ ਨੂੰ ਸੇਵਨਾ ਕੀਤਾ ਹੈ, ਪਰਮਾਤਮਾ ਦੇ ਚਰਨਾਂ ਦਾ ਸਿਮਰਨ ਰੂਪ ਸੇਵਾ ਕੀਤੀ ਹੈ। ਕੈਸੇ ਪਰਮਾਤਮਾ ਦੀ, ਜੋ ਅਕਾਲ ਪੁਰਖ ਵਾਹਿਗੁਰੂ ਨਾਮ ਜਪਣ ਵਾਲਿਆਂ ਦੀ ਰੱਖਿਆ ਕਰਦਾ ਹੈ। ਹਿਰਦੇ ਅੰਦਰ ਪਿਆਰ ਜਿਨ੍ਹਾਂ ਦੇ ਪੈਦਾ ਹੋ ਜਾਂਦਾ, ਉਹਨਾਂ ਦੇ ਆਪ ਕਿਰਪਾ ਕਰਕੇ ਪਤ ਇੱਜ਼ਤ ਰੱਖਦਾ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਐਸੇ ਪਰਮੇਸ਼ਰ ਦੇ ਚਰਨਾਂ ਦੀ ਸੇਵਾ ਕਰ ਲਈ ਹੈ, ਅੰਤ ਲੈ ਛਡਾਇਆ। ਅੰਧ ਸਮੇਂ ਜਮਾਂ ਦੀ ਮਾਰ ਤੋਂ ਉਹਨਾਂ ਨੂੰ ਛੁਡਾ ਲਿਆ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾਂ ਦਾ ਸੱਚਾ ਪਿਆਰ ਲੱਗਾ ਹੈ। ਜਿਸ ਹਿਰਦੇ ਅੰਦਰ ਪ੍ਰਮਾਤਮਾ ਦੇ ਚਰਨਾਂ ਦੀ ਪ੍ਰੀਤ ਬਣ ਗਈ, ਹਿਰਦੇ ਹੋ ਕੇ ਪ੍ਰਮਾਤਮਾ ਦਾ ਸਿਮਰਨ ਕੀਤਾ, ਅੰਤ ਲੈ ਛਡਾਇਆ। ਅੰਤ ਸਮੇਂ ਤਿੰਨਾਂ ਨੂੰ ਸੰਸਾਰ ਦੀਆਂ ਟੇਢੀਆਂ ਜੂਨਾਂ ਵਿੱਚ ਪੈਣੇ ਤੋਂ ਬਚਾ ਲਿਆ, ਛਡਾ ਲਿਆ, ਤਿੰਨਾਂ ਦੀ ਰੱਖਿਆ ਕਰ ਲਈ ਹੈ। ਕਿਉਂਕਿ ਸਮਾਂ ਪੂਰਾ ਹੋਣ ਤੇ ਸਾਧ ਸੰਗਤ ਜੀ ਜਮ ਕਿਸੇ ਦਾ ਲਿਹਾਜ਼ ਨਹੀਂ ਕਰਦੇ, ਕਾਲ ਕਿਸੇ ਦੀ ਕਾਨ ਕਨੌਟ ਨਹੀਂ ਕਰਦਾ। ਸਮਾਂ ਆਉਣ ਤੇ ਸਭ ਨੂੰ ਸਮਾਨ ਜਾਣ ਕਰਕੇ ਮਾਰ ਲੈਂਦਾ, ਆਪਣੀ ਲਪੇਟ ਦੇ ਵਿੱਚ ਲੈ ਲੈਂਦਾ ਹੈ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬੇਡਾਨੀ ਰੇ। ਐਸਾ ਬਲਵਾਨ, ਬਹੁਤੇ ਬਲ ਵਾਲਾ ਇੱਕ ਕਾਲ ਹੈ। ਪਰ ਪਰਮਾਤਮਾ ਦੇ ਚਰਨਾਂ ਦੀ ਜੋ ਸੇਵਾ ਕਰਦੇ ਹੈ, ਅੰਤ ਲੈ ਛਡਾਇਆ। ਮਹਾਰਾਜ ਕਾਲ ਤੋਂ ਵੀ ਜੀਵ ਨੂੰ ਛਡਾ ਲੈਂਦੇ ਹੈ, ਕਾਲ ਦੇ ਮੂੰਹ ਵਿੱਚ ਨਹੀਂ ਪੈਣ ਦਿੰਦੇ। ਬਾਰ-ਬਾਰ ਮੌਰ ਦੇ ਮੂੰਹ ਵਿੱਚ ਪੈਣੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਾ ਲੈਂਦੇ ਹਨ। ਨਹੀਂ ਤਾਂ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਕਾਲ ਕੇ ਬਨਾਹੇ ਸਭ ਕਾਲ ਹੀ ਚਬਾਹੇਂਗੇ। ਸਾਰੀ ਸ੍ਰਿਸ਼ਟੀ ਕਾਲ ਦੀ ਪੈਦਾ ਕੀਤੀ ਹੋਈ ਹੈ ਤੇ ਕਾਲ ਸਭ ਨੂੰ ਚੱਬੀ ਜਾ ਰਿਹਾ ਹੈ, ਚੱਬਦਾ ਜਾ ਰਿਹਾ ਹੈ, ਨਿਗਲਦਾ ਜਾ ਰਿਹਾ ਹੈ। ਬਚੇ ਕੌਣ ਹੈ? ਜਿਨ੍ਹਾਂ ਨੇ ਪ੍ਰਮਾਤਮਾ ਦੇ ਚਰਨਾਂ ਦੀ ਸੇਵਾ ਕੀਤੀ ਹੈ। ਅੰਤ ਲੈ ਛਡਾਇਆ, ਤਿਨਾਂ ਨੂੰ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਬਚਾ ਲਿਆ, ਜਮਾਂ ਦੀ ਮਾਰ ਤੋਂ ਛਡਾ ਲਿਆ। ਮਾਤਾ ਦੇ ਗਰਭ ਦੇ ਵਿੱਚ ਬਾਰ-ਬਾਰ ਪੁੱਠੇ ਲਟਕਣੇ ਤੋਂ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਚਾਇਆ ਹੈ। ਜਿਨ੍ਹਾਂ ਨੇ ਹਜੂਰ ਦੇ ਚਰਨਾਂ ਦੀ ਪਿਆਰ ਦੇ ਨਾਲ ਸੇਵਾ ਕੀਤੀ ਹੈ, ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ, ਜੇ ਹੋਵੇ ਸਾਹਿਬ ਸਿਓ ਮੇਲ। ਹਰ ਜੁਗ ਜਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਰਾਖਸ ਦੁਸ਼ਟ ਹਰ ਮਾਰਿਆ, ਪਹਿਲਾਦ ਤਰਾਇਆ। ਅਹੰਕਾਰੀਆ ਨਿੰਦਕਾ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।